ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਹਾਂਜੀ। ਸੁਣ ਕਰ ਸ੍ਰੀ ਸਤਿਗੁਰ ਕਹਿਓ ਬਲ ਬੁੱਧ ਬਡੇਰਾ ਤਿਸ ਕੇ ਸਮ ਕੋ ਜਗਤ ਮਹਿ ਹਮ ਦੁਤੀ ਨਾ ਹੇਰਾ। ਸੁਣ ਕਰ ਸ੍ਰੀ ਸਤਿਗੁਰ ਕਹਿਓ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪਣੇ ਸਾਰਿਆਂ ਦੇ ਚੰਗੇ ਭਾਗ ਹਨ। ਆਪਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠੇ ਹਾਂ, ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹਾਂ। ਪਿਆਰ ਦੇ ਨਾਲ ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਵੱਡੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸੰਗਤਾਂ ਸਰਵਣ ਕਰ ਰਹੇ ਹੋ। ਸੰਗਤ ਜੀ, ਆਪ ਜੀ ਨੇ ਇੱਥੋਂ ਤੱਕ ਕਥਾ ਸਰਵਣ ਕੀਤੀ। ਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ ਹਨ।
ਔਰ ਮਹਾਰਾਜ ਗਰੀਬ ਨਵਾਜ ਜੀ ਦੇ ਆਉਣ ਦੀ ਬਹੁਤੀ ਵੱਡੀ ਖੁਸ਼ੀ ਮਨਾਈ ਗਈ ਹੈ। ਮਹਾਰਾਜ ਜੀ ਨੇ ਸੰਗਤਾਂ ਨੂੰ ਵੀ ਦਰਸ਼ਨ ਦਿੱਤੇ, ਪਰਿਵਾਰ ਨੂੰ ਵੀ ਦਰਸ਼ਨ ਬਖਸ਼ਿਸ਼ ਕੀਤੇ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਾਰੇ ਹੀ ਬੜੇ ਆਨੰਦ ਵਿੱਚ ਆਏ ਹਨ, ਬੜੇ ਖੁਸ਼ ਹੋਏ ਹਨ। ਇਸ ਤੋਂ ਅੱਗੇ ਆਪ ਜੀ ਨੇ ਫਿਰ ਸਰਵਣ ਕੀਤਾ ਮਹਾਰਾਜ ਗਰੀਬ ਨਵਾਜ ਜੀ ਨੇ ਜੰਗ ਕਿਵੇਂ ਜਿੱਤਿਆ। ਬਾਬਾ ਬਿਧੀ ਚੰਦ ਜੀ ਸਾਰੀ ਗੱਲ ਖੋਲ੍ਹ ਕੇ ਦੱਸਦੇ ਹਨ। ਸੰਗਤ ਜੀ, ਪੈਂਦੇ ਖਾਂ ਜਿਹਨੂੰ ਮਹਾਰਾਜ ਜੀ ਨੇ ਅਨਾਥ ਨੂੰ ਪਾਲਿਆ, ਉਹ ਪੈਂਦੇ ਖਾਂ ਕਰਤਾਰਪੁਰ ਸਾਹਿਬ ਵੱਡੇ ਮੀਰ ਪਿੰਡ ਰਹਿੰਦਾ ਹੁੰਦਾ ਸੀਗਾ। ਪੈਂਦੇ ਖਾਂ ਮਹਾਰਾਜ ਜੀ ਦੇ ਕੋਲ ਚੱਲ ਕੇ ਆਇਆ। ਪੈਂਦੇ ਖਾਂ ਨੂੰ ਵੀ ਬਾਬਾ ਬਿਧੀ ਚੰਦ ਜੀ ਨੇ ਸਾਰੀ ਗੱਲ ਦੱਸੀ, ਕਿਵੇਂ ਕਿਵੇਂ ਵੱਡਾ ਜੰਗ ਹੋਇਆ, ਕਾਬਲੀ ਬੇਗ ਨੂੰ ਕਿਵੇਂ ਜਨੇਊ ਵਾਰ ਕਰਕੇ ਗੁਰੂ ਜੀ ਨੇ ਖਤਮ ਕਰ ਦਿੱਤਾ, ਲੱਲਾ ਬੇਗ ਦਾ ਕਿਵੇਂ ਸਿਰ ਤੋਂ ਸਿਰ ਧੜ ਵੱਖਰਾ ਹੋ ਗਿਆ। ਇਹ ਗੁਰੂ ਜੀ ਨੇ ਸਾਰੀ ਗੱਲ ਗੁਰੂ ਜੀ ਦੀ ਬਾਬਾ ਬਿਧੀ ਚੰਦ ਜੀ ਨੇ ਦੱਸੀ ਦੀ। ਪੈਂਦੇ ਖਾਂ ਥੋੜ੍ਹਾ ਇਤਰਾਜ਼ ਵੀ ਕਰਦਾ, ਕਹਿੰਦਾ ਜੀ ਤੁਸੀਂ ਮੈਨੂੰ ਕਿਉਂ ਨਹੀਂ ਸੱਦਿਆ, ਮੈਂ ਜੰਗ ਦੇ ਵਿੱਚ ਆਉਂਦਾ, ਮੈਂ ਵੀ ਆਪਣੇ ਜੌਹਰ ਵਿਖਾਉਂਦਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਪੈਂਦੇ ਖਾਂ, ਜੇ ਤੇਰੀ ਇੱਛਾ ਹੈਗੀ ਹੈ ਇੱਕ ਜੰਗ ਹੋਰ ਹੋਣਾ, ਮਹਾਰਾਜ ਕਹਿੰਦੇ ਤੇਰਾ ਜੌਹਰ ਉੱਥੇ ਵੇਖ ਲਵਾਂਗੇ। ਇਹ ਨਹੀਂ ਸੀ ਪੈਂਦੇ ਖਾਂ ਨੂੰ ਪਤਾ ਵੀ ਅਗਲਾ ਜੰਗ ਮੈਂ ਹੀ ਗੁਰੂ ਸਾਹਿਬ ਜੀ ਦੇ ਨਾਲ ਕਰਨਾ ਹੈ ਜੀ। ਇਹ ਗੱਲ ਪੈਂਦੇ ਖਾਂ ਨੂੰ ਨਹੀਂ ਸੀ ਪਤਾ ਜੀ। ਹੁਣ ਜਿਹੜਾ ਚੌਥਾ ਜੰਗ ਹੋਏਗਾ ਵੱਡਾ, ਉਹ ਪੈਂਦੇ ਖਾਂ ਨੇ ਹੀ ਕਰਨਾ। ਸਾਧ ਸੰਗਤ ਜੀ, ਕਾਲੇ ਖਾਂ ਨੂੰ ਨਾਲ ਲੈ ਕੇ ਆਉਣਾ ਤੇ ਵੱਡਾ ਜੰਗ ਕਰਨਾ ਜੀ। ਹੁਣ ਬੰਦੇ ਨੂੰ ਨਹੀਂ ਪਤਾ, ਇਸ ਕਰਕੇ ਬੰਦਾ ਡਰਦਾ ਰਹੇ। ਪਰਮੇਸ਼ਰ ਦੀ ਖੇਡ ਦਾ ਪਤਾ ਕੋਈ ਨਹੀਂ ਹੈ। ਪੈਂਦੇ ਖਾਂ ਨੇ ਹੁਣ ਤੱਕ ਸੋਚਿਆ ਵੀ ਨਹੀਂ ਹੋਏਗਾ ਵੀ ਉਹ ਮਹਾਰਾਜ ਜੀ ਦੇ ਨਾਲ ਜੰਗ ਕਰੇਗਾ ਜੀ। ਉਹ ਤੇ ਬੜੀ ਸ਼ਰਧਾ ਰੱਖਦਾ, ਬੜਾ ਪਿਆਰ ਕਰਦਾ, ਪਰ ਬੰਦੇ ਨੂੰ ਪਤਾ ਨਹੀਂ ਹੈਗਾ ਵੀ ਕਿਹੜੇ ਵੇਲੇ ਕੀ ਹੋ ਜਾਣਾ ਹੈ ਜੀ। ਇਸ ਕਰਕੇ ਬੰਦਾ ਸਦਾ ਹੀ ਰੱਬ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਰਵੇ, ਹੇ ਵਾਹਿਗੁਰੂ ਜੀ ਮੇਰੇ 'ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਅਤੇ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਵਿੱਚ ਜੁੜਿਆ ਹੀ ਰਵਾਂ, ਸਾਨੂੰ ਜੋੜ ਕੇ ਰੱਖਿਓ। ਇਹ ਅਰਦਾਸ ਬੰਦਾ ਕਰਦਾ ਰਵੇ ਜੀ। ਸਾਰੀਆਂ ਸੰਗਤਾਂ ਚਲੇ ਗਈਆਂ। ਅਗਲਾ ਦਿਨ ਆਇਆ, ਬੜਾ ਵਧੀਆ ਗੁਰੂ ਸਾਹਿਬ ਜੀ ਦਾ ਦਰਬਾਰ ਸੱਜਿਆ। ਅੰਮ੍ਰਿਤ ਵੇਲੇ ਦੇ ਦਰਬਾਰ ਦੀ ਸੰਪੂਰਨਤਾ ਹੀ ਹੋਈ। ਗੁਰੂ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ ਅਤੇ ਗੁਰੂ ਸਾਹਿਬ ਜੀ ਦੇ ਕੋਲ ਮਾਤਾ ਨਾਨਕੀ ਜੀ ਅਤੇ ਮਾਤਾ ਮਰਵਾਹੀ ਜੀ ਆਏ ਜੀ। ਗੁਰੂ ਸਾਹਿਬ ਜੀ ਦੀਆਂ ਪਤਨੀਆਂ ਨੇ, ਗੁਰੂ ਕੇ ਮਹਿਲ ਹਨ। ਮਾਤਾ ਨਾਨਕੀ ਜੀ ਅਤੇ ਮਾਤਾ ਮਰਵਾਹੀ ਜੀ ਆਏ। ਮਾਤਾ ਜੀ ਬੜੇ ਹੀ ਪਿਆਰ ਨਾਲ ਮਹਾਰਾਜ ਜੀ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਇਹ ਫਿਰ ਜੰਗ ਦਾ ਮੁੱਢ ਕਿਵੇਂ ਵੱਜਿਆ ਜੀ। ਗੁਰੂ ਜੀ ਨੇ ਦੱਸਿਆ ਵੀ ਕਿਵੇਂ ਬਾਦਸ਼ਾਹ ਨੇ ਘੋੜੇ ਖੋਏ ਸਨ, ਉਹ ਘੋੜੇ ਬਾਦਸ਼ਾਹ ਦੇ ਕਿਲੇ ਦੇ ਵਿੱਚੋਂ ਬਾਬਾ ਬਿਧੀ ਚੰਦ ਜੀ ਜਿਵੇਂ ਲੈ ਕੇ ਆਏ, ਉਹ ਸਾਰੀ ਗੱਲ ਦੱਸੀ ਜੀ। ਜਦੋਂ ਮਾਵਾਂ ਦੋਵਾਂ ਨੇ ਜੀ, ਮਾਤਾ ਮਰਵਾਈ ਜੀ ਨੇ ਅਤੇ ਮਾਤਾ ਨਾਨਕੀ ਜੀ ਨੇ ਇਹ ਗੱਲ ਸੁਣੀ ਵੀ ਕਿਵੇਂ ਬਾਬਾ ਬਿਧੀ ਚੰਦ ਜੀ ਘਾਈ ਬਣ ਕੇ ਗਏ, ਕਿਵੇਂ ਬਾਬਾ ਬਿਧੀ ਚੰਦ ਦੀ ਦੂਜੀ ਵਾਰੀ ਨਜੂਮੀ ਬਣ ਕੇ ਗਏ ਜੀ। ਜਦੋਂ ਇਹ ਗੱਲ ਸੁਣੀ ਨਾ ਜੀ, ਸਾਰੀ ਮਾਤਾਵਾਂ ਬਹੁਤ ਖੁਸ਼ ਹੋਈਆਂ ਜੀ, ਮਾਤਾਵਾਂ ਬਹੁਤ ਖੁਸ਼ ਹੋਈਆਂ। ਅਤੇ ਹੁਣ ਅੱਗੋਂ ਸੁਣੋ, ਗੁਰੂ ਸਾਹਿਬ ਜੀ ਦੇ ਅਤੇ ਮਾਤਾਵਾਂ ਦੇ ਬਚਨ ਚੱਲ ਰਹੇ ਨੇ ਜੀ। ਹਾਂਜੀ, ਇੱਥੋਂ ਸਾਖੀ ਆਰੰਭ ਹੁੰਦੀ ਹੈ। ਬੜੇ ਪਿਆਰ ਨਾਲ ਗੁਰੂ ਜੀ ਦੀ ਕਥਾ ਸੁਣੋ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਗੁਰੂ ਸਾਹਿਬ ਜੀ। ਜੇ ਰੱਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸੁਣ ਕਰ ਸ਼੍ਰੀ ਸਤਿਗੁਰ ਕਹਿਓ, ਬਲ ਬੁੱਧ ਵਡੇਰਾ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਕਹਿ ਰਹੇ ਨੇ ਮਾਤਾਵਾਂ ਨੂੰ। ਮਹਾਰਾਜ ਕਹਿਣ ਲੱਗੇ ਕਿ ਬਾਬਾ ਬਿਧੀ ਚੰਦ ਜੀ ਵਿੱਚ ਜੀ ਬਲ ਵੀ ਬੜਾ ਅਤੇ ਬੁੱਧੀ ਵੀ ਬੜੀ ਜੀ। ਦੋਵੇਂ ਗੱਲਾਂ ਵਿਰਲੇ ਬੰਦਿਆਂ ਕੋਲ ਹੁੰਦੀਆਂ ਜੀ। ਕਈ ਬੰਦਿਆਂ ਦਾ ਦਿਮਾਗ ਤੇ ਬਹੁਤ ਤੇਜ਼ ਹੁੰਦਾ ਜੀ, ਪਰ ਉਹਨਾਂ ਦੇ ਸਰੀਰ 'ਚ ਨਹੀਂ ਜਾਨ ਹੁੰਦੀ ਜੀ। ਅਤੇ ਕਈਆਂ ਦਾ ਸਰੀਰ ਤੇ ਬੜਾ ਵੱਡਾ ਹੁੰਦਾ ਜੀ, ਬਲ ਵੀ ਬੜਾ ਹੁੰਦਾ ਜੀ,
ਪਰ ਉਹਨਾਂ ਨੂੰ ਸਮਝ ਨਹੀਂ ਹੁੰਦੀ ਜੀ, ਬੁੱਧੀ ਨਹੀਂ ਹੁੰਦੀ ਜੀ। ਮਹਾਰਾਜ ਮਾਤਾਵਾਂ ਨੂੰ ਕਹਿਣ ਲੱਗੇ ਵੀ ਬਿਧੀ ਚੰਦ ਜੀ ਦੇ ਵਿੱਚ ਬੁੱਧੀ ਵੀ ਬੜੀ ਹੈ ਤੇ ਬਿਧੀ ਚੰਦ ਜੀ ਦਾ ਬਲ ਵੀ ਬੜਾ ਹੈਗਾ ਕਹਿੰਦੇ। ਹਾਂਜੀ। ਤਿਸ ਕੇ ਸਮ ਕੋ ਜਗਤ ਮਹਿ ਹਮ ਦੁਤੀ ਨ ਹੇਰਾ। ਕਮਾਲ ਇਹ ਹੋ ਗਈ ਵੀ ਗੁਰੂ ਸਾਹਿਬ ਖੁਦ ਮੁਖ ਤੋਂ ਕਹਿੰਦੇ ਆ। ਮਹਾਰਾਜ ਕਹਿਣ ਲੱਗੇ ਵੀ ਬਿਧੀ ਚੰਦ ਵਰਗਾ ਦੂਜਾ ਬੰਦਾ ਨਹੀਂ ਕੋਈ ਸੰਸਾਰ ਵਿੱਚ ਵੇਖਿਆ। ਆਖੋ ਸ੍ਰੀ ਵਾਹਿਗੁਰੂ। ਸੰਗਤ ਜੀ, ਛੋਟਾ ਜਿਹਾ ਰਾਜ ਹੋਵੇ ਨਾ ਤੇ ਬੰਦੇ ਦੇ ਸੀਨੇ ਵਿੱਚ ਹੋਵੇ, ਬੰਦਾ ਕਿਸੇ ਨੂੰ ਦੱਸ ਹੀ ਬੈਠਦਾ ਜੀ। ਧੰਨ ਬਾਬਾ ਬਿਧੀ ਚੰਦ ਜੀ, ਇੰਨਾ ਵੱਡਾ ਰਾਜ ਉੱਥੇ ਬਾਦਸ਼ਾਹ ਦੇ ਕਿਲੇ ਵਿੱਚ ਰਹਿ ਕੇ ਆਪਣੇ ਹਿਰਦੇ 'ਚ ਛਪਾਈ ਰੱਖਿਆ ਜੀ। ਮਹਾਰਾਜ ਕਹਿਣ ਲੱਗੇ ਵੀ ਬਾਬੇ ਬਿਧੀ ਚੰਦ ਜੀ ਵਰਗਾ ਦੂਜਾ ਸਿੱਖ ਹੀ ਨਹੀਂ ਵੇਖਿਆ ਆਪਾਂ। ਹਾਂਜੀ। ਚੋਰੀ ਕਰਵੇ ਚਾਤੁਰੀ ਐਸੀ ਉਪਜਾਵੇ। ਮਹਾਰਾਜ ਫਿਰ ਖੁਸ਼ ਹੋ ਕੇ ਕਹਿਣ ਲੱਗੇ ਵੀ ਚੋਰੀ ਕਰਨ ਵਿੱਚ ਤੇ ਬਹੁਤੀ ਚਲਾਕੀ ਵਰਤਦੇ ਬਾਬਾ ਬਿਧੀ ਚੰਦ ਜੀ। ਹਾਂਜੀ। ਸੁਨਬੇ ਦੇਖਣ ਹਾਰ ਨਰ ਸਭ ਕੋ ਬਿਸਮਾਵੇ। ਜਦੋਂ ਕੋਈ ਸੁਣਦਾ ਵੀ ਕਿਵੇਂ ਚੋਰੀ ਕੀਤੀ, ਉਹ ਹੈਰਾਨ ਹੋ ਜਾਂਦਾ ਜੀ। ਵੇਖਣ ਵਾਲੇ ਵੀ ਹੈਰਾਨ ਹੋ ਜਾਂਦੇ ਆ। ਹਾਂਜੀ। ਕਰੀ ਪ੍ਰਥਮ ਪੀ ਬਹੁਤ ਹੈ ਹਿਤ ਪਰ ਉਪਕਾਰ। ਤੇ ਮਹਾਰਾਜ ਕਹਿਣ ਲੱਗੇ ਮਾਤਾਵਾਂ ਨੂੰ, ਮਹਾਰਾਜ ਤੇ ਇਕੱਲਾ ਹੀ ਬਿਧੀ ਚੰਦ ਕਹਿੰਦੇ ਸਨ ਜੀ, ਆਪਾਂ ਸਤਿਕਾਰ ਨਾਲ ਬਾਬਾ ਬਿਧੀ ਚੰਦ ਜੀ ਕਹਿ ਦਿੰਦੇ। ਮਹਾਰਾਜ ਕਹਿਣ ਲੱਗੇ ਵੀ ਬਿਧੀ ਚੰਦ ਜੀ ਨੇ ਪਹਿਲਾਂ ਵੀ ਬੜੀਆਂ ਚੋਰੀਆਂ ਕੀਤੀਆਂ ਨੇ, ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਵੀ ਚੋਰੀਆਂ ਕੀਤੀਆਂ ਨੇ। ਪਰ ਪਹਿਲੇ ਸਮੇਂ ਦੇ ਸੰਗਤ ਜੀ ਚੋਰਾਂ ਦਾ ਵੀ ਫਰਕ ਹੁੰਦਾ ਹੈਗਾ ਜੀ। ਆਖੋ ਸ੍ਰੀ ਵਾਹਿਗੁਰੂ। ਹੁਣ ਤੇ ਨਸ਼ੇੜੀ ਜੇ ਚੋਰ ਹੈਗੇ ਆ। ਹਾਂਜੀ। ਪਹਿਲੇ ਸਮੇਂ ਦੇ ਚੋਰਾਂ ਦੇ ਵੀ ਕੁਝ ਨਿਯਮ ਹੁੰਦੇ ਸੀਗੇ ਜੀ। ਜੇ ਉਹ ਚੋਰੀ ਕਰਦੇ ਹੁੰਦੇ ਸੀ ਨਾ ਜੀ, ਉਹਨਾਂ ਦਾ ਨਿਯਮ ਹੁੰਦਾ ਸੀਗਾ ਜੀ। ਮਾੜੇ ਬੰਦੇ ਦੇ ਘਰੋਂ ਚੋਰ ਕਦੀ ਪਹਿਲੇ ਸਮੇਂ 'ਚ ਚੋਰੀ ਨਹੀਂ ਸੀ ਕਰਦੇ ਹੁੰਦੇ ਜੀ। ਜਦੋਂ ਉਹਨਾਂ ਚੋਰੀ ਕਰਨੀ ਨਾ ਜੀ, ਮੈਂ ਪਹਿਲੇ ਸਮੇਂ ਦੀ ਗੱਲ ਕਰ ਰਿਹਾ, ਜਦੋਂ ਉਹਨਾਂ ਚੋਰੀ ਕਰਨੀ ਤਗੜੇ ਘਰੋਂ ਕਰਨੀ ਜੀ। ਤੇ ਕਈ ਵਾਰੀ ਤਗੜੇ ਬੰਦੇ ਦੇ ਘਰੋਂ ਚੋਰੀ ਕਰਕੇ ਤੇ ਸਮਾਨ ਲਿਆ ਕੇ ਮਾੜੇ ਬੰਦੇ ਨੂੰ ਦੇ ਦਿੰਦੇ ਹੁੰਦੇ ਸੀਗੇ ਜੀ, ਵੀ ਲੈ ਤੂੰ ਵਰਤ ਲੈ। ਚੋਰਾਂ ਦਾ ਈਮਾਨ ਹੁੰਦਾ ਸੀਗਾ ਜੀ। ਹਾਂਜੀ। ਬੜੇ ਬੜੇ ਚੋਰ ਈਮਾਨ ਦੇ ਪੱਕੇ ਹੁੰਦੇ ਸੀ ਤੇ ਖਾਨਦਾਨੀ ਚੋਰ ਹੁੰਦੇ ਸੀਗੇ ਜੀ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਬਿਧੀ ਚੰਦ ਚੋਰੀ ਪਹਿਲਾਂ ਵੀ ਕਰਦੇ ਸੀਗੇ, ਪਰ ਆਪਣੇ ਵਾਸਤੇ ਨਹੀਂ, ਕਿਸੇ ਦਾ ਭਲਾ ਕਰਨ ਵਾਸਤੇ। ਹਾਂਜੀ। ਸਿੱਖ ਬਨਿਓ ਵੱਡ ਗੁਰਨ ਕੋ ਰਣਸੂਰ ਉਦਾਰਾ। ਤੇ ਫਿਰ ਇਹ ਗੁਰੂ ਅਰਜਨ ਸਾਹਿਬ ਜੀ ਦੇ ਸਿੱਖ ਬਣ ਗਏ। ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਸਿੱਖ ਬਣੇ ਤੇ ਨਾਲ ਯੋਧੇ ਵੀ ਫਿਰ ਬੜੇ ਵੱਡੇ ਬਣ ਗਏ। ਹਾਂਜੀ। ਕਹਿਤ ਨਾਨਕੀ ਹੇ ਪ੍ਰਭੂ ਤਿਸ ਲਿਹੋ ਬੁਲਾਈ। ਤੇ ਮਾਤਾ ਨਾਨਕੀ ਜੀ ਨੇ ਜਦੋਂ ਸੁਣਿਆ ਵੀ ਬਾਬਾ ਬਿਧੀ ਚੰਦ ਜੀ ਨੇ ਪਹਿਲਾਂ ਵੀ ਬੜੀਆਂ ਚੋਰੀਆਂ ਕੀਤੀਆਂ, ਮਾਤਾ ਨਾਨਕੀ ਜੀ ਮਹਾਰਾਜ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਇਹ ਬਿਧੀ ਚੰਦ ਜੀ ਨੂੰ ਇੱਥੇ ਸੱਦੋ ਸਾਡੇ ਕੋਲ। ਕਿਮ ਕੀਨਸ ਦੁਸ਼ਕਰਮ ਕੋ ਤਿਮ ਦੇਹ ਸੁਣਾਈ। ਔਖੇ ਔਖੇ ਕੰਮ ਚੋਰੀ ਕਰਨਾ ਕਿਹੜਾ ਸੌਖਾ ਕੰਮ ਹੈਗਾ ਜੀ। ਹਾਂਜੀ। ਉਹ ਕਹਿਣ ਲੱਗੇ ਵੀ ਐਡੀ ਔਖੀ ਕੰਮ, ਇੰਨਾ ਔਖਾ ਕੰਮ ਚੋਰੀ ਕਰਨੀ, ਇਹ ਕਿਵੇਂ ਕਰ ਲੈਂਦੇ ਆ? ਇਹ ਬਿਧੀ ਚੰਦ ਜੀ ਦੇ ਮੂੰਹੋਂ ਸੁਣਨੀ ਹੈ ਗੱਲ। ਆਖੋ ਵਾਹਿਗੁਰੂ। ਹਾਂਜੀ। ਹੁਣ ਇਹ ਨਾ ਸਮਝ ਲਿਓ ਵੀ ਕਥਾ ਵਿੱਚ ਅਸੀਂ ਚੋਰੀ ਨੂੰ ਵਧਾਵਾ ਦੇਣੇ ਆ। ਹਾਂਜੀ। ਪਹਿਲੇ ਸਮੇਂ ਦੇ ਚੋਰਾਂ ਦਾ ਤੇ ਹੁਣ ਦੇ ਚੋਰਾਂ ਦਾ ਬੜਾ ਫਰਕ ਹੈਗਾ ਜੀ। ਹਾਂਜੀ। ਪਠਿਓ ਦਾਸ ਸ਼੍ਰੀ ਸਤਿਗੁਰੂ ਨਿਜ ਨਿਕਟ ਬੁਲਾਇਓ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਸੇਵਕ ਭੇਜਿਆ। ਮਹਾਰਾਜ ਕਹਿੰਦੇ ਜਾਓ ਭਾਈ ਬਿਧੀ ਚੰਦ ਜੀ ਨੂੰ ਸੱਦੋ। ਸਿੱਖ ਬਾਬਾ ਬਿਧੀ ਚੰਦ ਜੀ ਦੇ ਕੋਲ ਗਿਆ, ਬਾਬਾ ਜੀ ਤੁਹਾਨੂੰ ਮਹਾਰਾਜ ਸੱਦ ਰਹੇ ਨੇ। ਉਸੇ ਵੇਲੇ ਹੀ ਬਾਬਾ ਬਿਧੀ ਚੰਦ ਜੀ ਗੁਰੂ ਜੀ ਦੇ ਚਰਨਾਂ ਵਿੱਚ ਆ ਗਏ ਜੀ। ਆਏ ਕਰੀ ਤਬ ਬੰਦਨਾ ਨਿਜ ਸੀਸ ਨਿਵਾਇਓ। ਬਾਬਾ ਬਿਧੀ ਚੰਦ ਜੀ ਨੇ ਆ ਕੇ ਮੱਥਾ ਟੇਕਿਆ, ਸਿਰ ਝੁਕਾਇਆ। ਗੁਰ ਮਹਿਲਾ ਕੋ ਮਾਤ ਕਹਿ ਮਸਤਕ ਕੋ ਟੇਕਾ। ਤੇ ਗੁਰੂ ਸਾਹਿਬ ਜੀ ਦੇ ਦੋਵੇਂ ਮਹਿਲ ਬੈਠੇ ਜੀ, ਮਾਤਾ ਮਰਵਾਹੀ ਜੀ ਤੇ ਮਾਤਾ ਨਾਨਕੀ ਜੀ। ਮਾਤਾ ਜਾਣ ਕੇ ਉਹਨਾਂ ਨੂੰ ਵੀ ਮੱਥਾ ਟੇਕਿਆ ਜੀ। ਹਾਂਜੀ।
ਆਗਿਆ ਲੈ ਬੈਠਿਓ ਜਬੈ ਕਹਿ ਜਲਦ ਬਿਬੇਕਾ। ਆਗਿਆ ਲੈ ਕੇ ਬਾਬਾ ਬਿਧੀ ਚੰਦ ਜੀ ਗੁਰੂ ਸਾਹਿਬ ਜੀ ਦੇ ਕੋਲ ਬੈਠ ਗਏ ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹੋ ਆਪਣੇ ਕਰਮ ਕੋ ਜਿਮ ਪੂਰਬ ਆਇਓ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਬਿਧੀ ਚੰਦ ਜੀ, ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਕਿਵੇਂ ਪਹੁੰਚੇ ਸੀਗੇ। ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਦੱਸੋ। ਉਹ ਵੀ ਇੱਕ ਚੋਰੀ ਨਾਲ ਹੀ ਸੰਬੰਧਿਤ ਗੱਲ ਹੈਗੀ ਨਾ ਜੀ। ਹਾਂਜੀ। ਕਿਮ ਚੋਰੀ ਦੁਸ਼ ਕਰ ਕਰੀ ਤਨ ਕੋ ਹਰ ਲਿਆਇਓ। ਕਿਵੇਂ ਉਹ ਚੋਰੀ ਕੀਤੀ ਸੀਗੀ ਤੁਸੀਂ, ਤੇ ਫਿਰ ਕਿਵੇਂ ਉਹ ਚੋਰੀ ਤੋਂ ਬਚਣ ਵਾਸਤੇ ਤੁਸੀਂ ਗੁਰੂ ਜੀ ਦੇ ਚਰਨਾਂ 'ਚ ਆਏ, ਉਹ ਸਾਰੀ ਗੱਲ ਪਹਿਲਾਂ ਦੱਸੋ। ਕਹੋ ਪ੍ਰਸੰਗ ਸਭ ਸ਼ੋਰ ਤੇ ਇਹ ਸੁਨਬੋ ਚਾਹੈ। ਮਹਾਰਾਜ ਕਹਿਣ ਲੱਗੇ ਤੁਹਾਡੀਆਂ ਮਾਤਾਵਾਂ ਸੁਣਨਾ ਚਾਹੁੰਦੀਆਂ ਨੇ। ਬਿਧੀ ਚੰਦ ਜੀ, ਆਪਣੀਆਂ ਮਾਤਾਵਾਂ ਨੂੰ ਦੱਸੋ ਆਪਣੀ ਕਥਾ। ਹਾਂਜੀ। ਬਿਧੀ ਚੰਦ ਤਬ ਜੋਰ ਕਰ ਉਚਰਿਓ ਗੁਰ ਪਾਹੈ। ਤੇ ਬਿਧੀ ਚੰਦ ਜੀ ਨੇ ਦੋਵੇਂ ਹੱਥ ਜੋੜ ਲਏ ਤੇ ਬਾਬਾ ਬਿਧੀ ਚੰਦ ਜੀ ਗੁਰੂ ਜੀ ਦੇ ਸਾਹਮਣੇ ਬੇਨਤੀ ਕਰਨ ਲੱਗੇ, ਪੂਰਬ ਤਸਕਰ ਕਰਮ ਕੋ ਮੈਂ ਕਰਤ ਕਨੇਰੇ। ਆਖੋ ਵਾਹਿਗੁਰੂ। ਬਾਬਾ ਜੀ ਨੇ ਸਿੱਧੀ ਗੱਲ ਕਹੀ ਜੀ। ਅੱਛਾ ਵੇਖ ਲੋ, ਬੰਦਾ ਬੜਾ ਮਾੜਾ ਹੁੰਦਾ, ਸਮੇਂ ਨਾਲ ਚੰਗਾ ਬਣ ਜਾਂਦਾ ਜੀ, ਬੜੀ ਚੰਗੀ ਗੱਲ ਹੈ। ਪਰ ਜਦੋਂ ਬੰਦਾ ਚੰਗਾ ਬਣ ਜਾਂਦਾ ਨਾ ਜੀ, ਫਿਰ ਉਹ ਆਪਣੇ ਮਾੜੇ ਦਿਨਾਂ ਦੀ ਗੱਲ ਨਹੀਂ ਕਰਦਾ ਜੀ। ਕੋਈ ਬੜੀ ਚੰਗੀ ਅਵਸਥਾ ਵਾਲਾ ਹੋਏਗਾ ਜਿਹੜਾ ਆਪਣਾ ਔਗੁਣ ਦੱਸ ਦੇਗਾ ਜੀ। ਬਾਬਾ ਜੀ ਨੇ ਹੱਥ ਜੋੜੇ ਤੇ ਬਾਬਾ ਜੀ ਮਾਤਾਵਾਂ ਵੱਲ ਵੇਖ ਕੇ ਕਹਿਣ ਲੱਗੇ, ਮਾਤਾ ਜੀ ਸੁਣੋ, ਮੈਂ ਪਹਿਲਾਂ ਬੜਾ ਵੱਡਾ ਚੋਰ ਸਾਂ। ਕਹਿੰਦੇ ਬੜਾ ਵੱਡਾ ਚੋਰ ਸਾਂ ਮੈਂ। ਪੂਰਬ ਤਸਕਰ ਕਰਮ ਕੋ ਮੈਂ ਕਰਤ ਕਨੇਰੇ। ਬੜੀ ਚੋਰੀ ਕੀਤੀ ਕਹਿੰਦੇ ਮੈਂ, ਬੜੀਆਂ ਥਾਵਾਂ ਤੇ ਮੈਂ ਚੋਰੀ ਕੀਤੀ ਪਹਿਲਾਂ। ਹਾਂਜੀ। ਮਹਿਖੀ ਸੁੰਦਰ ਬ੍ਰਿੰਦ ਕੋ ਚੋਰੀ ਇੱਕ ਬੇਰੇ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਸੁਣੋ, ਫਿਰ ਇੱਕ ਵਾਰੀ ਮੈਂ ਮੱਝਾਂ ਚੋਰੀ ਕੀਤੀਆਂ। ਕਹਿੰਦੇ ਮੱਝਾਂ ਚੋਰੀ ਕੀਤੀਆਂ ਮੈਂ। ਹਾਂਜੀ। ਲੈ ਨਿਕਸਿਓ ਤੁਰਨ ਕਰਤ ਨਿਜ ਕਰ ਕੋ ਚਾਲਾ। ਲੈ ਨਿਕਸਿਓ ਤੂਰਨ ਕਰਤ। ਮੈਂ ਉਹ ਕਿਸੇ ਦੇ ਘਰੋਂ ਮੱਝਾਂ ਚੋਰੀ ਕਰਕੇ ਤੇ ਆਪਣੇ ਘਰ ਨੂੰ ਤੁਰ ਪਿਆ। ਮੱਝਾਂ ਚੋਰੀ ਕਰਨਾ ਬੜਾ ਮਹਿੰਗਾ ਕੰਮ ਹੈਗਾ। ਆਖੋ ਵਾਹਿਗੁਰੂ। ਹਾਂਜੀ। ਮੱਝ ਤੇ ਅੱਜ ਵੀ 5-5 ਲੱਖ ਰੁਪਏ ਦੀ ਹੈਗੀ ਜੀ, ਮਹਿੰਗੀਆਂ ਹੈਗੀਆਂ ਜੀ, 20-20 ਲੱਖ ਦੀਆਂ ਵੀ ਹੈਗੀਆਂ ਜੀ ਮੱਝਾਂ। ਤੇ ਉਸ ਸਮੇਂ ਵੀ ਮੱਝਾਂ ਦਾ ਬੜਾ ਮੁੱਲ ਸੀਗਾ ਜੀ। ਤੇ ਮੱਝਾਂ ਬੜੀਆਂ ਜ਼ਰੂਰੀ ਹੁੰਦੀਆਂ ਸੀ, ਗਾਵਾਂ, ਮੱਝਾਂ, ਘੋੜੇ। ਹਾਂਜੀ। ਜਿਵੇਂ ਕਿਸੇ ਦੀ ਗੱਡੀ ਚੋਰੀ ਕਰਨੀ ਹੈ, ਉਵੇਂ ਹੀ ਸਮਝੋ ਵੀ ਘੋੜਾ ਚੋਰੀ ਕਰਨ ਦੇ ਬਰਾਬਰ ਸੀਗਾ ਜੀ। ਬਾਬਾ ਜੀ ਕਹਿੰਦੇ ਵੀ ਮੈਂ ਕਿਸੇ ਦੇ ਘਰੋਂ ਮੱਝਾਂ ਖੋਲ ਲਈਆਂ, ਚੋਰੀ ਕੀਤੀਆਂ, ਤੇ ਫਿਰ ਮੈਂ ਆਪਣੇ ਘਰ ਨੂੰ ਤੁਰਿਆ ਜਾਵਾਂ। ਹਾਂਜੀ। ਸੁਧ ਹੋਈ ਪੁਨ ਗ੍ਰਾਮ ਕੇ ਨਿਕਸੇ ਨਰ ਜਾਲਾ। ਕਹਿਣ ਲੱਗੇ ਕੁਦਰਤੀ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ, ਪਿੰਡ 'ਚ ਰੌਲਾ ਪੈ ਗਿਆ, ਚੋਰ ਆਇਆ, ਚੋਰ ਆਇਆ, ਚੋਰ ਆਇਆ। ਉਹ ਲੋਕ ਕਿੰਨੇ ਇਕੱਠੇ ਹੋ ਗਏ। ਹਾਂਜੀ। ਖੋਜ ਪਾਏ ਮੈਂ ਖੀਨ ਕੋ ਪਰ ਪਾਛ ਪੁਕਾਰਾ। ਉਹ ਮੇਰੇ ਪਿੱਛੇ ਇੱਕ ਵਹੀਰ ਲੱਗ ਗਿਆ। ਬਾਬਾ ਜੀ ਕਹਿੰਦੇ, ਮਾਤਾਵਾਂ ਸੁਣ ਰਹੀਆਂ ਨੇ ਜੀ। ਬਾਬਾ ਜੀ ਕਹਿੰਦੇ ਮੇਰੇ ਪਿੱਛੇ ਵਹੀਰ ਲੱਗ ਗਿਆ ਵੀ ਚੋਰ ਚੋਰ ਚੋਰ। ਉਹ ਜਿਹੜਾ ਵਹੀਰ ਸੀ ਨਾ, ਉਹ ਗਾਵਾਂ ਦੇ ਪੈਰਾਂ ਦੀ ਖੋਜ ਕਰ ਕਰਕੇ ਤੇ ਮੇਰੇ ਮਗਰ ਆ ਰਿਹਾ ਸੀਗਾ। ਹਾਂਜੀ। ਆਗੇ ਮੈਂ ਉਤਲਾਵ ਤੋਂ ਬਹੁ ਦੂਰ ਸਿਧਾਰਾ। ਬਾਬਾ ਜੀ ਕਹਿੰਦੇ ਵੀ ਮੈਂ ਬੜੀਆਂ ਮੱਝਾਂ ਭਜਾਈਆਂ, ਆਪ ਵੀ ਬੜਾ ਭੱਜਿਆ, ਮੱਝਾਂ ਵੀ ਬੜੀਆਂ ਭਜਾਈਆਂ, ਬੜੀ ਕਾਹਲੀ ਕਾਹਲੀ ਮੈਂ ਦੂਰ ਨਿਕਲ ਗਿਆ। ਹਾਂਜੀ। ਚੋਲੇ ਗ੍ਰਾਮ ਸਮੀਪ ਜਬ ਪਹੁੰਚਿਓ ਉਤਲਾਏ। ਤੇ ਬੜੀ ਛੇਤੀ ਦੇ ਨਾਲ ਨਾ ਮੈਂ ਚੋਲੇ ਪਿੰਡ ਪਹੁੰਚ ਗਿਆ। ਆਖੋ ਵਾਹਿਗੁਰੂ। ਵਾਹਿਗੁਰੂ। ਮੈਂ ਚੋਲੇ ਪਿੰਡ ਵਿੱਚ ਪਹੁੰਚਿਆ ਤੇ ਉਹ ਵਹੀਰ ਮੇਰੇ ਪਿੱਛੇ ਪਿੱਛੇ ਹੀ ਸੀਗਾ। ਹਾਂਜੀ। ਆਏ ਸੋ ਮਿਲੀ ਗੁਹਾਰ ਤਬ ਇਮ ਕਰਿਓ ਉਪਾਏ। ਜਦੋਂ ਮੈਂ ਚੋਲੇ ਪਿੰਡ 'ਚ ਪਹੁੰਚਿਆ ਤੇ ਵਹੀਰ ਮੇਰੇ ਮਗਰ ਮਗਰ ਉਹ ਕਹਿਣ ਫੜ ਲਓ, ਜਾਣ ਨਹੀਂ ਦੇਣਾ, ਚੋਰ ਹੈ। ਤੇ ਬਾਬਾ ਬਿਧੀ ਚੰਦ ਕਹਿੰਦੇ ਵੀ ਮੈਂ ਸੋਚਿਆ ਵੀ ਹੁਣ ਮੇਰਾ ਕੀ ਬਣੇਗਾ। ਹਾਂਜੀ।
ਜੇ ਤੇ ਸੰਗਤ ਜੀ ਦਾ ਲੱਗ ਕੇ ਚੋਰੀ ਦਾ ਤੇ ਲੱਗ ਜੇ, ਤੇ ਜੇ ਫੜਿਆ ਜਾਵੇ ਤਾਂ ਰਹਿੰਦਾ ਕੱਖ ਨਹੀਂ ਜੀ। ਹਾਂਜੀ, ਫਿਰ ਲੋਕ ਬੜਾ ਗੁੱਸਾ ਕੱਢਦੇ ਜੀ। ਆਪਾਂ ਵੇਖਦੇ ਹੀ ਆ ਸਮਾਜ 'ਚ, ਜਿਹਦਾ ਦਾ ਲੱਗ ਗਿਆ, ਤੇ ਜੇ ਫੜਿਆ ਜਾਵੇ ਤੇ ਕੱਖ ਨਹੀਂ ਜੀ। ਹੁਣ ਤੇ ਚੋਰੀ ਕਰਨ ਦੇ ਤਰੀਕੇ ਬਦਲ ਗਏ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਅੱਜ ਕੱਲ੍ਹ ਸਿੱਧਾ ਹੀ ਹੈ, ਫੋਨ ਤੋਂ ਹੀ ਅਗਲੇ ਪੈਸੇ ਕੱਢੀ ਜਾਂਦੇ ਜੀ ਅਗਲੇ ਦੇ ਜੀ। ਉਹ ਮਾੜਾ ਜਿਹਾ ਬੈਂਕ ਕਾਰਡ ਪਤਾ ਲੱਗ ਜੇ ਸਹੀ, ਉਹਦੇ ਤੋਂ ਹੀ ਅਕਾਊਂਟ ਖਾਲੀ ਕਰ ਲੈਂਦੇ ਜੀ। ਉਹ ਫੜਿਆ ਗਿਆ ਤੇ ਬਚਦਾ ਨਹੀਂ ਕੁਛ ਜੀ। ਬਾਬਾ ਜੀ ਸੋਚਣ ਵੀ ਹੁਣ ਮੇਰਾ ਕੀ ਬਣੇਗਾ। ਹਾਂਜੀ, ਹੁਤੋ ਤਾਲ ਜਲ ਕੋ ਪਰਿਓ ਸਭ ਮਹਿਕ ਪਰਵੇਸ਼ੀ। ਬਾਬਾ ਬਿਧੀ ਚੰਦ ਜੀ ਕਹਿੰਦੇ, ਮਾਤਾ ਜੀ ਉੱਥੇ ਇੱਕ ਤਲਾਅ ਸੀਗਾ, ਪਾਣੀ ਨਾਲ ਭਰਿਆ ਹੋਇਆ। ਮੈਂ ਉਹ ਸਾਰੀਆਂ ਮੱਝਾਂ ਉਹਦੇ ਵਿੱਚ ਪਾ ਦਿੱਤੀਆਂ ਜੀ, ਤਲਾਬ ਵੱਲ ਨੂੰ ਠੇਲ ਦਿੱਤੀਆਂ, ਉਹਦੇ 'ਚ ਚਲੇ ਗਈਆਂ ਮੱਝਾਂ। ਹਾਂਜੀ, ਅਦਲੀ ਗੁਰ ਕੋ ਸਿੱਖ ਤੇ ਜੇ ਸੁਮਤ ਵਿਸ਼ੇਸ਼ੀ। ਉੱਥੇ ਲਾਗੇ ਇੱਕ ਝੁੱਗੀ ਸੀਗੀ। ਆਖੋ ਵਾਹਿਗੁਰੂ। ਤੇ ਮਾਤਾ ਜੀ ਮੈਂ ਉਸ ਝੁੱਗੀ ਦੇ ਵਿੱਚ ਚਲੇ ਗਿਆ, ਤੇ ਮੈਨੂੰ ਨਹੀਂ ਸੀ ਪਤਾ ਉਸ ਝੁੱਗੀ ਦੇ ਵਿੱਚ ਚੌਂਕੜਾ ਮਾਰ ਕੇ ਜਿਹੜਾ ਸਿੱਖ ਨਾਮ ਜਪ ਰਿਹਾ ਸੀ, ਉਹ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀਗਾ, ਤੇ ਉਹਦਾ ਨਾਮ ਸੀ ਬਾਬਾ ਅਦਲੀ ਜੀ। ਹਾਂਜੀ, ਜਾਏ ਚਰਨ ਪਰ ਮੈਂ ਪਰਿਓ ਸਭ ਬਿਨੈ ਸੁਣਾਈ। ਮਾਤਾ ਜੀ ਜਦੋਂ ਮੈਂ ਪਹੁੰਚਿਆ ਤੇ ਬਾਬਾ ਅਦਲੀ ਜੀ ਕਹਿੰਦੇ, ਤੂੰ ਕੌਣ ਹੈ? ਤੇ ਸੰਗਤ ਜੀ ਇੱਕ ਗੱਲ ਚੇਤਾ ਰੱਖਿਓ, ਦੁਨੀਆਦਾਰ ਬੰਦਿਆਂ ਦੇ ਅੱਗੇ ਝੂਠ ਬੋਲਿਆ ਜਾਂਦਾ, ਨਾਮ ਜਪਣ ਵਾਲਿਆਂ ਦੇ ਅੱਗੇ ਬੰਦੇ ਦਾ ਝੂਠ ਨਹੀਂ ਚੱਲਦਾ। ਉਹਨਾਂ ਦੀ ਇੱਕ ਸੱਤਿਆ ਇਹੋ ਜਿਹੀ ਹੁੰਦੀ ਹੈ ਕਿ ਉਹਨਾਂ ਦੇ ਸਾਹਮਣੇ ਝੂਠ ਨਹੀਂ ਬੋਲਿਆ ਜਾਂਦਾ ਜੀ। ਬੜੇ ਧਿਆਨ ਨਾਲ ਇੱਕ ਗੱਲ ਸੁਣਿਓ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੁਖਮਨੀ ਸਾਹਿਬ 'ਚ ਕਿਰਪਾ ਕਰਦੇ। ਬ੍ਰਹਮ ਗਿਆਨੀ ਦੇ ਦਰਸ਼ਨਾਂ ਦਾ ਫਲ ਕੀ ਹੈ ਜੀ? ਬਾਬਾ ਅਦਲੀ ਜੀ ਬ੍ਰਹਮ ਗਿਆਨੀ ਸਿੱਖ ਹੋਏ ਮਹਾਰਾਜ ਦੇ। ਬ੍ਰਹਮ ਗਿਆਨੀ ਦੇ ਦਰਸ਼ਨਾਂ ਦਾ ਫਲ ਕੀ ਹੈ? ਸਾਧੂ ਦੇ ਦਰਸ਼ਨਾਂ ਦਾ ਫਲ ਕੀ ਹੈ? ਜਦੋਂ ਤੁਸੀਂ ਕਿਸੇ ਸਾਧੂ ਦੇ ਦਰਸ਼ਨ ਕਰ ਲਓ, ਦਰਸ਼ਨ ਕਰਦਿਆਂ ਸਾਰ ਤੁਹਾਡੇ ਕਈ ਪਾਪ ਜਿਹੜੇ ਉਹ ਨਾਸ ਹੋ ਜਾਂਦੇ ਆ ਜੀ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਦਰਸ਼ਨ ਕਰਦਿਆਂ ਸਾਰ ਪਾਪ ਨਾਸ ਹੁੰਦੇ ਆ, ਤੇ ਜਿਹਨੂੰ ਵੇਖ ਕੇ ਮਨ ਵਿੱਚ ਚੰਗੇ ਵਿਚਾਰ ਆਉਣ ਲੱਗ ਪੈਣ ਤੇ ਨਾਮ ਜਪਣ ਦਾ ਜੀ ਕਰਨ ਲੱਗ ਪਵੇ, ਸਮਝਿਓ ਇਹ ਸਾਧੂ ਹੈਗਾ ਜੀ, ਇਹ ਰੱਬ ਦਾ ਪਿਆਰਾ ਹੈਗਾ ਜੀ। ਜਾ ਕੇ ਦਰਸ ਪਾਪ ਕੋਟ ਉਤਾਰੇ। ਦਰਸ਼ਨ ਕਰਦਿਆਂ ਸਾਰ ਪਾਪ ਉਤਰਦੇ ਆ, ਤੇ ਜਦੋਂ ਬੰਦੇ ਦੇ ਪਾਪ ਉਤਰਦੇ ਨਾ ਜੀ, ਫਿਰ ਬੰਦਾ ਸੱਚ ਬੋਲ ਦਿੰਦਾ ਜੀ। ਮਹਾਰਾਜ ਮਾਤਾ ਜੀ ਨੂੰ ਦੱਸ ਰਹੇ ਆ ਬਾਬਾ ਜੀ, ਕਹਿੰਦੇ ਮਾਤਾ ਜੀ ਬਾਬੇ ਅਦਲੀ ਨੇ ਮੈਥੋਂ ਪੁੱਛਿਆ ਤੂੰ ਕੌਣ ਹੈ? ਤੇ ਸੰਗਤ ਜੀ ਚੋਰ ਨਹੀਂ ਤੇ ਆਪਣੇ ਮੂੰਹੋਂ ਕਹਿੰਦਾ ਵੀ ਮੈਂ ਚੋਰ ਹੈਗਾ, ਪਰ ਜਦੋਂ ਬਾਬੇ ਅਦਲੀ ਨੇ ਪੁੱਛਿਆ ਨਾ ਤੂੰ ਕੌਣ ਹੈ, ਤੇ ਕਹਿੰਦੇ ਮਾਤਾ ਜੀ ਮੈਂ ਦੱਸ ਦਿੱਤਾ ਵੀ ਮੈਂ ਤੇ ਚੋਰ ਹੈਗਾ। ਫਿਰ ਪੜੋ। ਜਾਏ ਚਰਨ ਪਰ ਮੈਂ ਪਰਿਓ ਸਭ ਬਿਨੈ ਸੁਣਾਈ। ਜਦੋਂ ਬਾਬੇ ਅਦਲੀ ਨੇ ਪੁੱਛਿਆ ਵੀ ਤੂੰ ਕੌਣ ਹੈ, ਮੈਂ ਕਿਹਾ ਮੈਂ ਚੋਰ ਹਾਂ। ਤੇ ਮਾਤਾ ਜੀ ਮੈਂ ਬਾਬੇ ਅਦਲੀ ਦੇ ਚਰਨ ਫੜ ਲਏ, ਬੇਨਤੀ ਕੀਤੀ ਵੀ ਮੈਂ ਹੈਗਾ ਚੋਰ। ਹਾਂਜੀ। ਰਛਿਆ ਕੀਜੈ ਰਿਪੁਨ ਤੇ ਤੁਮ ਬਨੋ ਸਹਾਈ। ਰਛਿਆ ਕੀਜੈ ਰਿਪੁਨ ਤੇ ਮੇਰੇ ਪਿੱਛੇ ਲੱਗੇ ਪਿੰਡ ਦੇ ਲੋਕ, ਮੈਂ ਉਹਨਾਂ ਦੀਆਂ ਚੋਰੀ ਕੀਤੀਆਂ ਮੱਝਾਂ, ਤੇ ਹੁਣ ਮੈਨੂੰ ਨਹੀਂ ਪਤਾ, ਇਸ ਵਾਰ ਮੈਨੂੰ ਬਚਾ ਲਓ, ਗਾਂ ਤੋਂ ਚੋਰੀ ਨਹੀਂ ਕਰਾਂਗਾ। ਹਾਂਜੀ। ਬਹੁਰ ਕਰਹੋ ਸਿੱਖ ਆਪਨੋ ਦੀਜਹਿ ਉਪਦੇਸ਼ਾ। ਮੈਨੂੰ ਬਚਾ ਲਓ, ਲੋਕਾਂ ਨੇ ਮਾਰਨਾ ਬੜਾ, ਕੁੱਟਣਾ ਬਹੁਤ ਹੈ, ਇੱਕ ਵਾਰੀ ਬਚਾ ਲਓ, ਮੁੜ ਮੈਂ ਤੁਹਾਡਾ ਹੀ ਬਣ ਜਾਣਾ, ਮੈਂ ਤੁਹਾਡਾ ਸਿੱਖ ਬਣ ਜਾਵਾਂਗਾ, ਜੋ ਕਹੋਗੇ ਉਹ ਕਰਾਂਗਾ। ਹਾਂਜੀ। ਉਪਕਾਰੀ ਤੁਮ ਸੰਤ ਹੋ ਚਿਤ ਸ਼ਾਂਤ ਵਿਸ਼ੇਸ਼ਾ। ਕਿਉਂ? ਬਾਬਾ ਅਦਲੀ ਜੀ ਦੇ ਚਿਹਰੇ ਤੋਂ ਪਤਾ ਲੱਗਦਾ ਹੈ ਵੀ ਇਹ ਨਾਮ ਜਪਣ ਵਾਲੇ ਨੇ ਜੀ। ਆਖੋ ਸ੍ਰੀ ਵਾਹਿਗੁਰੂ। ਸੰਗਤ ਜੀ ਨਾਮ ਜਪਣ ਵਾਲਿਆਂ ਦੀਆਂ ਖੇਡਾਂ ਹੋਰ ਹੁੰਦੀਆਂ ਜੀ। ਅੱਜ ਦਾਸ ਨੇ ਬਾਬਾ ਜਵੰਦ ਸਿੰਘ ਜੀ ਦੇ ਸਰੂਪ ਦੇ ਦਰਸ਼ਨ ਕੀਤੇ ਜੀ, ਤਸਵੀਰ ਦੇ ਜੀ। ਹਾਂਜੀ।
ਸਾਦੇ ਜਿਹੇ ਕੱਪੜੇ ਪਾਏ ਪਰ ਚਿਹਰੇ ਤੇ ਨੂਰ ਸੀਗਾ ਜੀ। ਹਾਂਜੀ, ਤੇ ਬੰਦਾ ਬੜੇ ਕੀਮਤੀ ਕੱਪੜੇ ਪਾਉਂਦਾ ਪਰ ਚਿਹਰੇ ਤੇ ਨੂਰ ਫਿਰ ਨਹੀਂ ਆਉਂਦਾ ਜੀ। ਚਿਹਰੇ ਤੇ ਰੌਣਕ, ਚਿਹਰੇ ਤੇ ਨੂਰ ਬੰਦਗੀ ਕਰਨ ਨਾਲ ਆਉਣੀ ਹੈ ਜੀ। ਆਖੋ ਸ੍ਰੀ ਵਾਹਿਗੁਰੂ। ਹਾਂ, ਪਰ ਇਸ ਕੰਮ ਲਈ ਨਾ ਬੰਦਗੀ ਕਰਿਓ ਵੀ ਹੁਣ ਨੂਰ ਆ ਜਾਏ ਮੇਰੇ ਚਿਹਰੇ ਤੇ, ਫਿਰ ਨਹੀਂ ਤੇ ਆਉਂਦਾ, ਸਹਿਜ ਸੁਭਾਅ ਆਉਂਦਾ ਜੀ। ਉਹ ਬਾਬਾ ਅਦਲੀ ਜੀ ਨੂੰ ਕਹਿੰਦੇ, ਮੈਂ ਕਿਹਾ ਵੀ ਤੁਸੀਂ ਤੇ ਸੰਤ ਲੱਗਦੇ ਜੇ, ਤੁਹਾਡਾ ਸ਼ਾਂਤ ਸਰੂਪ ਹੈ, ਪਿੰਡ ਵਾਲਿਆਂ ਤੋਂ ਮੈਨੂੰ ਬਚਾ ਲਓ, ਜੋ ਕਹੋਗੇ ਕਰਾਂਗਾ। ਹਾਂਜੀ। ਅਦਲੀ ਸੁਣ ਬਿਨਤੀ ਤਬੈ ਬਹੁ ਭਏ ਕਿਰਪਾਲਾ। ਤੇ ਮਾਤਾ ਜੀ ਜਦੋਂ ਬਾਬੇ ਅਦਲੀ ਨੇ ਮੇਰੀਆਂ ਗੱਲਾਂ ਸੁਣੀਆਂ ਨਾ, ਮੇਰੇ ਤਰਲੇ ਸੁਣੇ, ਤੇ ਬਾਬਾ ਅਦਲੀ ਜੀ ਮਿਹਰਬਾਨ ਹੋ ਗਏ ਮੇਰੇ ਤੇ। ਹਾਂਜੀ। ਕੀਨ ਬਤਾਵਨ ਸ਼ੁਭਮਤੀ ਮਮ ਭਾਗ ਵਿਸਾਲਾ। ਮੇਰੇ ਭਾਗ ਜਾਗ ਗਏ ਮਾਤਾ ਜੀ, ਮੇਰੇ ਭਾਗ ਜਾਗ ਗਏ। ਉਹਨਾਂ ਨੇ ਮੈਨੂੰ ਸ਼ੁਭ ਮੱਤ ਦੱਸ ਦਿੱਤੀ ਵੀ ਆਹ ਕੰਮ ਕਰ। ਹਾਂਜੀ। ਸਿਮਰੋ ਸ਼੍ਰੀ ਅਰਜਨ ਗੁਰੂ ਰਾਖੈ ਤੁਵ ਲਾਜਾ। ਮੈਨੂੰ ਕਹਿਣ ਲੱਗੇ ਵੀ ਉਹ ਕੱਪੜੇ ਦੀ ਬੁੱਕਲ ਮਾਰ ਲਾ, ਉਹ ਨੁੱਕਰ 'ਚ ਬਹਿ ਜਾ, ਤੇ ਮੇਰੇ ਗੁਰੂ ਨੇ, ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਯਾਦ ਕਰ। ਆਖੋ ਵਾਹਿਗੁਰੂ। ਮੇਰੇ ਗੁਰੂ ਨੇ, ਸਤਿਗੁਰੂ ਨੇ, ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਉਹਨਾਂ ਨੂੰ ਯਾਦ ਕਰ। ਹਾਂਜੀ। ਬਾਹੁਰ ਬਨਹੁ ਸਿੱਖ ਜਾਏ ਕਰ ਤਜ ਕਹਿ ਅਸ ਕਾਜਾ। ਮਹਾਰਾਜ ਤੈਨੂੰ ਬਚਾਉਣਗੇ, ਪਰ ਬਾਅਦ ਵਿੱਚ ਤੂੰ ਗੁਰੂ ਦਾ ਸਿੱਖ ਬਣ ਜਾਈਂ। ਹਾਂਜੀ। ਸੁਨ ਤਿਸਕੇ ਉਪਦੇਸ਼ ਕੋ ਮੈਂ ਧਾਰਨ ਕੀਨਾ। ਤੇ ਮਾਤਾ ਜੀ ਮੈਂ ਉਪਦੇਸ਼ ਮੰਨ ਲਿਆ, ਮੈਂ ਲੋਈ ਚੁੱਕੀ, ਬੁੱਕਲ ਮਾਰੀ, ਇੱਕ ਪਾਸੇ ਵਾਹਿਗੁਰੂ ਵਾਹਿਗੁਰੂ ਜਪਾਂ। ਹਾਂਜੀ। ਕਰੇ ਆਰਾਧਨ ਸਤਿਗੁਰੂ ਪਰ ਸ਼ਰਣੀ ਦੀਨਾ। ਮੈਂ ਮਨੋ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਿਆ। ਮੈਂ ਨੁੱਕਰ 'ਚ ਬੈਠ ਗਿਆ ਤੇ ਮਹਾਰਾਜ ਨੂੰ ਅਰਦਾਸਾਂ ਕਰਨ ਲੱਗਾ। ਹਾਂਜੀ। ਬਨੋ ਸਹਾਇਕ ਦਾਸ ਲਖ ਤੁਮ ਅੰਤਰ ਜਾਨੀ। ਹੇ ਸੱਚੇ ਪਾਤਸ਼ਾਹ, ਜੇ ਤੁਹਾਡਾ ਸਿੱਖ ਇੰਨਾ ਵਧੀਆ ਤੇ ਤੁਸੀਂ ਕਿੰਨੇ ਵਧੀਆ ਹੋਵੋਗੇ। ਵੇਖੋ ਬਾਬਾ ਬਿਧੀ ਚੰਦ ਜੀ ਨੇ ਕਦੀ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਨਹੀਂ ਸੀ ਕੀਤੇ ਜੀ, ਪਰ ਜਾਸੀ ਸੁਣਿਆ ਤੇ ਬੇਨਤੀਆਂ ਕਰਨ ਲੱਗ ਪਏ, ਮਹਾਰਾਜ ਮੈਂ ਤੁਹਾਡਾ ਸੇਵਾਦਾਰ ਹਾਂ, ਮੇਰੇ ਤੇ ਕਿਰਪਾ ਕਰ ਦਿਓ। ਪੁਨ ਮੈਂ ਰਹੋ ਸਮੀਪ ਹੀ ਕਰ ਕਹਿ ਨਿਜ ਸੁਆਮੀ। ਇਸ ਵਾਰ ਪਿੰਡ ਦੇ ਲੋਕਾਂ ਦੀ ਕੁੱਟ ਤੋਂ ਬਚਾ ਦਿਓ, ਤੇ ਮੁੜ ਮੈਂ ਤੁਹਾਡੇ ਚਰਨਾਂ 'ਚ ਹੀ ਰਵਾਂਗਾ ਤੇ ਤੁਹਾਨੂੰ ਆਪਣਾ ਮਾਲਕ ਬਣਾ ਲਵਾਂਗਾ। ਬਸ ਮੇਰੇ ਤੇ ਕਿਰਪਾ ਕਰ ਦਿਓ। ਬਾਬਾ ਬਿਧੀ ਚੰਦ ਜੀ ਕਹਿੰਦੇ, ਮੈਂ ਬਾਬੇ ਅਦਲੀ ਦੀ ਝੁੱਗੀ 'ਚ ਬਹਿ ਕੇ ਬੇਨਤੀ ਕੀਤੀ ਮਹਾਰਾਜ ਨੂੰ। ਹਾਂਜੀ। ਔਰ ਮੈਂ ਧਿਆਨ ਸੋ ਧਾਰ ਕੇ ਥਿਰ ਭਾ ਤਿਸ ਥਾਨਾ। ਤੇ ਧਿਆਨ ਧਾਰ ਕੇ ਮੈਂ ਬੈਠ ਗਿਆ। ਹਾਂਜੀ। ਤਬ ਲੋ ਆਏ ਗੁਹਾਰ ਗਨ ਲੈ ਖੋਜ ਮਹਾਨਾ। ਉਹਨੇ ਚਿਰ ਨੂੰ ਉਹ ਬੰਦੇ ਲੱਭਦੇ ਲੱਭਦੇ ਬਾਬਾ ਅਦਲੀ ਜੀ ਦੇ ਕੋਲ ਪਹੁੰਚ ਗਏ ਮਾਤਾ ਜੀ। ਹਾਂਜੀ। ਸਾਰ ਲਗ ਖੋਜ ਨਿਹਾਰ ਤੇ ਨਹਿ ਆਗੇ ਚਾਲਾ। ਉਹਨਾਂ ਵੇਖਿਆ ਵੀ ਮੱਝਾਂ ਜਿਹੜੀਆਂ ਨੇ, ਉਹਨਾਂ ਦੇ ਜਿਹੜੇ ਪੌੜ ਨੇ, ਹਾਂਜੀ, ਉਹਨਾਂ ਦੇ ਪੈਰਾਂ ਦੇ ਨਿਸ਼ਾਨ ਨੇ ਜਿਹੜੇ, ਉਹ ਤਲਾਬ ਤੱਕ ਜਾਂਦੇ ਆ, ਅੱਗੇ ਨਹੀਂ ਜਾਂਦੇ ਕਿਤੇ। ਹਾਂਜੀ। ਇਤੋਤ ਖੋਜਤ ਫਿਰਤ ਪੇ ਸੇ ਮਾਨਵ ਜਾਲਾ। ਉਹ ਫਿਰ ਨਾ ਜੀ ਛੱਪੜ ਦੇ ਆਲੇ ਦੁਆਲੇ ਲੱਭਣ ਲੱਗ ਪਏ ਜੀ, ਲੱਭਣ ਲੱਗ ਪਏ ਜੀ ਪਿੰਡ ਦੇ ਲੋਕ। ਹਾਂਜੀ। ਅਦਲੀ ਸਿੱਖ ਬਿਲੋਕ ਕੈ ਤਿਨ ਸਾਥ ਬਖਾਨਾ। ਆਖੋ ਵਾਹਿਗੁਰੂ। ਤੇ ਫਿਰ ਉਹ ਝੁੱਗੀ ਵਿੱਚ ਆਏ। ਆਖੋ ਵਾਹਿਗੁਰੂ। ਤੇ ਬਾਬਾ ਅਦਲੀ ਜੀ ਨੂੰ ਦੇਖ ਕੇ ਨਾ, ਉਹ ਬਾਬਾ ਅਦਲੀ ਜੀ ਨੂੰ ਮਾਤਾ ਜੀ ਇੰਜ ਕਹਿਣ ਲੱਗੇ, ਕਿਆ ਖੋਜਤ ਤੁਮ ਫਿਰਤ ਬਹੁ ਕੁਛ ਸਕੇ ਨ ਜਾਨਾ। ਪਹਿਲਾਂ ਬਾਬਾ ਜੀ ਪੁੱਛਦੇ ਆ ਵੀ ਕੀ ਲੱਭਦੇ ਚ। ਆਖੋ ਵਾਹਿਗੁਰੂ। ਕੀ ਲੱਭਦੇ ਹੋ? ਪਤਾ ਨਹੀਂ ਲੱਗ ਰਿਹਾ ਕੀ ਲੱਭ ਰਹੇ ਹੋ ਤੁਸੀਂ। ਹਾਂਜੀ। ਕਹਿਤ ਭਏ ਮੈਂ ਖੀਨ ਕੋ ਇੱਕ ਤਸਕਰ ਲਿਆਇਓ। ਤੇ ਮਾਤਾ ਜੀ ਉਹ ਪਿੰਡ ਦੇ ਲੋਕ ਕਹਿੰਦੇ ਵੀ ਸਾਡੇ ਪਿੰਡ ਦੀਆਂ ਮੱਝਾਂ ਖੋਲ ਕੇ ਇੱਕ ਚੋਰ ਇੱਥੇ ਲੈ ਆਇਆ। ਹਾਂਜੀ। ਖੋਜ ਇਹਾ ਲਗ ਆਏ ਕੈ ਨਹਿ ਅਗਰ ਚਲਾਇਓ। ਤੇ ਮੱਝਾਂ ਦੇ ਪੈਰ ਇੱਥੋਂ ਤੱਕ ਆਏ ਆ, ਅੱਗੇ ਨਹੀਂ ਗਏ ਕਿਤੇ। ਹਾਂਜੀ। ਖੋਜਤ ਹੈ ਤਿਸ ਖੋਜ ਕੋ ਜੇ ਕਰ ਤੁਮ ਹੇਰਾ। ਤੇ ਤੁਸੀਂ ਦੱਸੋ ਵੀ ਚੋਰ ਵੇਖਿਆ? ਆਖੋ ਗੱਜ ਕੇ।
ਹੁਣ ਤੁਸੀਂ ਦੱਸੋ ਵੀ ਬਾਬਾ ਅਦਲੀ ਜੀ ਸੱਚ ਬੋਲਣ ਕਿ ਝੂਠ? ਸੱਚ ਬੋਲਣਾ ਚਾਹੀਦਾ ਨਾ ਜੀ। ਤੇ ਜੇ ਸੱਚ ਬੋਲਦੇ ਤੇ ਬਾਬਾ ਬਿਧੀ ਚੰਦ ਜੀ ਫੜੇ ਜਾਣਗੇ, ਫਿਰ ਤੇ ਉਹਨਾਂ ਫੜਿਆ ਜਾਣਾ ਜੀ। ਹਾਂਜੀ, ਉਹਨਾਂ ਫੜਿਆ ਜਾਣਾ ਤੇ ਬਾਬਾ ਬਿਧੀ ਚੰਦ ਜੀ ਨੇ ਫੜਿਆ ਜਾਣਾ ਤੇ ਫਿਰ ਉਹਨਾਂ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਜੀ। ਇੱਥੇ ਜੁਗਤੀ ਚਾਹੀਦੀ ਹੈ ਜੀ। ਬਾਬਾ ਜੀ ਕਹਿਣ ਲੱਗੇ ਵੀ ਇੱਕ ਮੈਂ ਆ, ਇੱਕ ਉਹ ਸਾਥੀ ਮੇਰਾ ਨਾਮ ਜਪ ਰਿਹਾ ਜੇ, ਜਿਹੜਾ ਚੋਰ ਲੱਗਦਾ ਲੈ ਜਾਓ। ਹੁਣ ਉਹਨਾਂ ਵੇਖਿਆ ਵੀ ਇਹ ਵੀ ਨਾਮ ਜਪਣ ਦਾ, ਇਹ ਤੇ ਦੂਜੇ ਸੰਤ ਜ਼ਿਆਦਾ ਉੱਚੀ ਨਾਮ ਜਪਣ ਦਾ ਹੈਗੇ ਜੀ। ਬਾਬਾ ਬਿਧੀ ਚੰਦ ਜੀ ਉਹ ਜ਼ਿਆਦਾ ਹੀ ਉੱਚੀ ਜਪਣ ਵਾਹਿਗੁਰੂ, ਕਿਉਂ? ਉਹਨਾਂ ਨੂੰ ਪਤਾ ਸੀ ਵੀ ਜੇ ਕਾਬੂ ਆ ਗਏ ਤੇ ਉਹ ਜ਼ਿਆਦਾ ਧਿਆਨ ਨਾਲ ਨਾਮ ਜਪਣ। ਉਹ ਪਿੰਡ ਵਾਲਿਆਂ ਨੇ ਸੋਚਿਆ ਵੀ ਇਹ ਵੀ ਸੰਤ ਤੇ ਉਹ ਵੀ ਸੰਤ ਹੈ। ਪਿੰਡ ਵਾਲੇ ਬੰਦੇ ਨਾ ਜੀ ਬਾਬਾ ਅਦਲੀ ਜੀ ਨੂੰ ਕਹਿੰਦੇ ਵੀ ਤੁਹਾਨੂੰ ਮਾਫ ਕਰ ਦਿਓ, ਅਸੀਂ ਤੁਹਾਨੂੰ ਤੰਗ ਕੀਤਾ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਮਾਤਾ ਜੀ ਉਹਨਾਂ ਬਾਬਾ ਜੀ ਕੋਲੋਂ ਤੇ ਮਾਫੀ ਮੰਗੀ, ਉਹ ਮੈਨੂੰ ਵੀ ਕਹਿੰਦੇ ਮਾਫ ਕਰ ਦਿਓ, ਤੁਹਾਨੂੰ ਤੰਗ ਕੀਤਾ ਜਿਹਨੂੰ ਫੜਨ ਆਏ ਸੀ। ਹਾਂਜੀ, ਤੇ ਕਹਿੰਦੇ ਮਾਤਾ ਜੀ ਮੈਂ ਅੱਗੋਂ ਬੋਲਿਆ ਨਹੀਂ, ਮੈਂ ਇਸ਼ਾਰਾ ਕਰਤਾ, ਬੋਲਿਆ ਜਾਂਦਾ ਤੇ ਫੜਿਆ ਜਾਣਾ ਸੀਗਾ। ਮੈਂ ਇਸ਼ਾਰਾ ਕਰਤਾ ਵੀ ਕੋਈ ਨਹੀਂ ਜਾਓ। ਤੇ ਬਾਬਾ ਅਦਲੀ ਜੀ ਬਾਹਰ ਆ ਗਏ ਤੇ ਉਹਨਾਂ ਨੇ ਫਿਰ ਆਖਿਆ ਸੁਨ ਅਦਲੀ ਉੱਤਰ ਦਿਓ ਮੈਂ ਕੀ ਸਰ ਮਾਹੀ। ਉਹ ਬਾਹਰ ਆ ਗਏ ਤੇ ਕਹਿੰਦੇ ਵੀ ਆਹ ਵੇਖੋ ਮੱਝਾਂ ਛੱਪੜ ਵਿੱਚ ਹੈਗੀਆਂ ਨੇ, ਤੁਸੀਂ ਚੋਰ ਨੂੰ ਕੀ ਕਰਨਾ ਜਦੋਂ ਮੱਝਾਂ ਹੀ ਇੱਥੇ ਹੈਗੀਆਂ ਨੇ। ਹਾਂਜੀ, ਇਨ ਬਿਨ ਅਪਰਨਾ ਮੈਂ ਪਿੱਖੀ ਕੋ ਗਮਨਿਓ ਨਾਹੀ। ਤੇ ਬਸ ਇਹੋ ਮੱਝਾਂ ਹੈਗੀਆਂ ਨੇ, ਹੋਰ ਕੋਈ ਮੱਝ ਇੱਥੇ ਆਈ ਨਹੀਂ ਹੈ, ਤੁਹਾਡੀਆਂ ਹੀ ਹੋਣੀਆਂ, ਲੈ ਜਾਓ। ਹਾਂਜੀ, ਸੁਣ ਬੋਲੇ ਦੇਖੀ ਭਲੀ ਇਹ ਨਹੀਂ ਹਮਾਰੀ। ਪਰ ਅਗਲੀ ਗੱਲ ਸੁਣਿਓ ਜਿਹੜੀ ਬਾਬਾ ਜੀ ਕਹਿ ਰਹੇ ਜੀ। ਬਾਬਾ ਜੀ ਮਾਤਾ ਜੀ ਨੂੰ ਦੱਸ ਰਹੇ, ਮਾਤਾ ਜੀ ਉਹ ਪਿੰਡ ਵਾਲੇ ਬਾਬੇ ਅਦਲੀ ਨੂੰ ਕਹਿੰਦੇ ਵੀ ਇਹ ਮੱਝਾਂ ਸਾਡੀਆਂ ਨਹੀਂ ਹੈਗੀਆਂ, ਅਸੀਂ ਵੇਖ ਲੀਆਂ ਚੰਗੀ ਤਰ੍ਹਾਂ। ਹਾਂਜੀ, ਕਪਲ ਬਰਨ ਕੀ ਇਹ ਸਕਲ ਹਮਰੀ ਸਭ ਕਾਰੀ। ਆਖੋ ਵਾਹਿਗੁਰੂ। ਵੀ ਸਾਡੀਆਂ ਤੇ ਸਾਰੀਆਂ ਕਾਲੀਆਂ ਸਨ, ਇਹ ਬੂਰੀਆਂ ਹੋਈਆਂ ਪਈਆਂ ਨੇ। ਆਖੋ ਸ੍ਰੀ ਵਾਹਿਗੁਰੂ। ਇਹਨਾਂ ਦਾ ਰੰਗ ਹੀ ਬਦਲਿਆ ਪਿਆ ਤੇ ਇਸ ਕਰਕੇ ਇਹ ਸਾਡੀਆਂ ਨਹੀਂ ਹੈਗੀਆਂ। ਸੰਗਤ ਜੀ ਗੁਰੂ ਅਰਜਨ ਸਾਹਿਬ ਨੇ ਲਾਜ ਰੱਖੀ ਬਾਬਾ ਬਿਧੀ ਚੰਦ ਜੀ ਦੀ ਜੀ। ਅਰਦਾਸ ਕੀਤੀ ਸੀ ਨਾ ਜੀ, ਤੇ ਅਰਦਾਸ ਕੀਤੀ ਭਾਵੇਂ ਮੱਝਾਂ ਚੋਰੀ ਦੀਆਂ ਹੀ ਸੀਗੀਆਂ, ਪਰ ਉਹ ਅਰਦਾਸ ਐਸੀ ਕੀਤੀ ਵੀ ਮਹਾਰਾਜ ਨੇ ਮੱਝਾਂ ਦੇ ਰੰਗ ਬਦਲ ਦਿੱਤੇ ਜੀ। ਉਹ ਕਪਲਾ ਗਾਵਾਂ ਜਿਵੇਂ ਦੀਆਂ ਹੁੰਦੀਆਂ ਨੇ ਨਾ, ਕਪਲਾ ਗਾਵਾਂ ਉਵੇਂ ਦੀਆਂ ਬਣ ਗਈਆਂ ਜੀ ਉਹ ਜੀ। ਉਹ ਕਹਿੰਦੇ ਜੀ ਇਹ ਸਾਡੀਆਂ ਨਹੀਂ ਹੈਗੀਆਂ, ਤਾਂ ਕਪਲਾ ਗਾਂ ਵਰਗੀਆਂ ਬਣ ਗਈਆਂ ਸਾਰੀਆਂ। ਹਾਂਜੀ, ਇਮ ਕਹਿ ਇਤੋ ਤਬੋ ਫਿਰੇ ਕੁਛ ਜਾਏ ਨ ਜਾਨੀ। ਇਹ ਕਹਿ ਕੇ ਮਾਤਾ ਜੀ ਉਹ ਇੱਧਰ ਉੱਧਰ ਤੁਰਦੇ ਫਿਰਦੇ ਰਹੇ ਤੇ ਉਹਨਾਂ ਨੂੰ ਸਮਝ ਨਾ ਕੁਛ ਆਈ। ਸ਼ਰਮਤ ਭਏ ਸਗਰੇ ਹਟੇ ਨਹਿ ਸਕੇ ਪਛਾਨੀ। ਤੇ ਸਾਰੇ ਥੱਕ ਕੇ ਹਾਰ ਕੇ ਨਾਲੇ ਤੇ ਮੱਝਾਂ ਉੱਥੇ ਛੱਡ ਗਏ, ਨਾਲੇ ਮੈਨੂੰ ਵੀ ਛੱਡ ਗਏ। ਆਏ ਤਾਂ ਸੀਗੇ ਕੁੱਟਣ ਦੇ ਪ੍ਰੋਗਰਾਮ ਨਾਲ ਹੀ ਜੀ ਉਹ, ਪਰ ਉਹ ਛੱਡ ਗਏ ਜੀ। ਸੰਗਤ ਜੀ ਗੁਰੂ ਦੀ ਬਾਣੀ ਵਿੱਚ ਵੀ ਬੜੀ ਤਾਕਤ ਹੈਗੀ ਤੇ ਗੁਰੂ ਜੀ ਦੇ ਚਰਨਾਂ 'ਚ ਕੀਤੀ ਹੋਈ ਅਰਦਾਸ ਵਿੱਚ ਵੀ ਬੜੀ ਤਾਕਤ ਹੈਗੀ ਹੈ। ਪਿਆਰ ਨਾਲ ਗੱਜ ਕੇ ਸਾਰੇ ਕਹੋ ਵਾਹਿਗੁਰੂ। ਬਾਣੀ ਵਿੱਚ ਇੰਨੀ ਜ਼ਿਆਦੀ ਤਾਕਤ ਹੈਗੀ ਹੈ ਕਿ ਤੁਹਾਡੇ ਦੁਸ਼ਮਣ ਤੁਹਾਡੇ ਸਾਹਮਣੇ ਤੁਰੇ ਫਿਰਦੇ ਹੋਣ ਨਾ ਜੀ, ਤੁਸੀਂ ਬਾਣੀ ਪੜ੍ਹੋ, ਤੁਹਾਡਾ ਕੁਝ ਵਿਗਾੜ ਨਹੀਂ ਹੋ ਸਕਦੇ ਜੀ। ਬਾਣੀ ਵਿੱਚ ਇੰਨੀ ਵੱਡੀ ਤਾਕਤ ਹੈਗੀ ਹੈ ਜੀ। ਸਾਹਮਣੇ ਤੁਰੇ ਫਿਰਨ ਜੀ, ਤੁਰੇ ਫਿਰਨਗੇ, ਕ੍ਰਿਤੀ ਵੀ ਜਾਣਗੇ, ਪਰ ਕਰ ਕੁਝ ਨਹੀਂ ਸਕਦੇ, ਕਿਉਂਕਿ ਬਾਣੀ ਦੀ ਤਾਕਤ ਵੱਡੀ ਹੈਗੀ ਹੈ ਜੀ। ਤੇ ਗੁਰੂ ਜੀ ਦੇ ਚਰਨਾਂ 'ਚ ਕੀਤੀ ਹੋਈ ਅਰਦਾਸ ਉਹ ਤੇ ਫਿਰ ਬੰਦੇ ਦੀ ਪੈਜ ਪੂਰੀ ਰੱਖਦੀ ਹੈ ਜੀ। ਹਾਂਜੀ, ਗ੍ਰਹਿ ਕੋ ਗਈ ਗੁਹਾਰ ਜਬ ਮਿਲ ਅਦਲੀ ਸੰਗਾ ਕਹਿਓ। ਆਖੋ ਸ੍ਰੀ ਵਾਹਿਗੁਰੂ। ਗ੍ਰਹਿ ਕੋ ਗਈ ਗੁਹਾਰ ਜਬ ਮਿਲ ਅਦਲੀ ਸੰਗ ਕਹਿਓ।
ਸਾਧ ਸੰਗਤ ਜੀ ਜਦੋਂ ਫਿਰ ਬਾਬਾ ਬਿਧੀ ਚੰਦ ਜੀ ਕਹਿੰਦੇ ਉਹ ਵਹੀਰ ਚਲੇਗੀ ਨਾ ਆਪਣੇ ਪਿੰਡ ਵਾਪਸ, ਤੇ ਮੈਂ ਬਾਬਾ ਅਦਲੀ ਜੀ ਨੂੰ ਕਿਹਾ, ਇਕਹੁ ਗੁਰ ਕੀ ਕਲਾ ਜਿਨ ਸੁਜਸ ਉਤੰਗਾ। ਵੀ ਬਾਬਾ ਅਦਲੀ ਜੀ ਇਹ ਮੱਝਾਂ ਦੇ ਰੰਗ ਕਿਵੇਂ ਬਦਲ ਗਏ? ਤੇ ਬਾਬਾ ਅਦਲੀ ਜੀ ਕਹਿਣ ਲੱਗੇ ਇਹ ਗੁਰੂ ਅਰਜਨ ਦੇਵ ਜੀ ਦੀ ਕਲਾ ਹੈ, ਕਲਾ। ਤੇਰੀ ਪੈਜ ਰੱਖਣੀ ਸੀ ਨਾ, ਇਹ ਕਲਾ ਹੈ ਮਹਾਰਾਜ ਦੀ, ਵੇਖ ਲਾ ਮਹਾਰਾਜ ਦੀ ਕਲਾ। ਹਾਂਜੀ। ਹੋਏ ਸਹਾਇਕ ਸਿਮਰਤੇ ਦੁਹੇ ਲੋਕਨ ਮਾਹੀ। ਤੇ ਕਹਿਣ ਲੱਗੇ ਤੇਰਾ ਨਾਮ ਕੀ ਹੈ? ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਮਾਤਾ ਜੀ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੇਰਾ ਨਾਮ ਬਿਧੀ ਚੰਦ ਹੈ। ਤੇ ਬਾਬਾ ਅਦਲੀ ਨੇ ਕਿਹਾ ਬਿਧੀ ਚੰਦ ਜਿਹੜਾ ਗੁਰੂ ਜੀ ਨੂੰ ਯਾਦ ਕਰੇ ਗੁਰੂ ਜੀ ਦੋਵਾਂ ਲੋਕਾਂ ਵਿੱਚ ਉਹਦੀ ਮਦਦ ਕਰਦੇ ਹਨ, ਦੋਵਾਂ ਲੋਕਾਂ ਵਿੱਚ ਉਹਦੀ ਮਦਦ ਕਰਦੇ ਹਨ। ਹਾਂਜੀ। ਮਹਾਰਾਜ ਕਹਿੰਦੇ ਨਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਦੋਵੇਂ ਥਾਮ ਰੱਖੇ ਗੁਰ ਸੂਰੇ। ਹਾਂਜੀ। ਆਸ ਪ੍ਰਭ ਕੋ ਜੇ ਤਜਤ ਹੈ ਤਿਨ ਕੇ ਬੁੱਧ ਨਾਹੀ। ਤੇ ਬਿਧੀ ਚੰਦ ਜੇ ਕੋਈ ਐਸੇ ਗੁਰੂ ਨੂੰ ਛੱਡ ਦਵੇ ਤੇ ਫਿਰ ਉਹਦੇ ਤੋਂ ਵੱਧ ਮਾੜੇ ਭਾਗ ਕਿਹਦੇ ਹੋਣਗੇ? ਹਾਂਜੀ। ਜਿਉ ਕਿਉ ਰਾਖੇ ਦਾਸ ਪਤ ਸਭ ਬਿਗਨ ਮਿਟਾਵੇ। ਜਿਉਂ ਕਿਉਂ ਰੱਖ ਹੈ ਦਾਸ ਪਤ, ਜਿਵੇਂ ਕਿਵੇਂ ਨਹੀਂ ਹੈ ਮਹਾਰਾਜ ਆਪਣੇ ਸੇਵਕਾਂ ਦੀ ਪੈਜ ਰੱਖਦੇ ਆ। ਆਖੋ ਸ੍ਰੀ ਵਾਹਿਗੁਰੂ। ਤੇ ਸੰਗਤ ਜੀ ਪੈਜ ਰੱਖਣ ਦੀ ਗੱਲ ਛੱਡ ਹੀ ਦਿਓ ਤੁਸੀਂ ਜੀ। ਭਾਵ ਕਿੰਨਿਆਂ ਕੁ ਦੀ ਰੱਬ ਨੇ ਪੈਜ ਰੱਖੀ ਹੈ ਇਹ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਜੀ। ਰੋਜ਼ ਤੁਸੀਂ ਪੜ੍ਹਦੇ ਹੋ, ਪੰਕਤੀ ਤੁਹਾਨੂੰ ਯਾਦ ਆ ਗਈ ਹੋਏਗੀ, ਹਰ ਜੁਗ ਜੁਗ ਪੈਜ ਰਾਮ ਰਾਜੇ। ਰੱਬ ਪੈਜ ਰੱਖਦਾ ਜੀ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਧਾਰਨਾ ਲਾਉਂਦੇ ਸੀ, ਪੈਜ ਰੱਖਦਾ ਆਇਆ ਜੀ ਜੁਗੋ ਜੁਗ ਵਾਹਿਗੁਰੂ। ਪਰਮੇਸ਼ਰ ਜੀ ਆਪਣੇ ਪਿਆਰਿਆਂ ਦੀ ਪੈਜ ਰੱਖਦੇ ਆ। ਉਹ ਕਹਿਣ ਲੱਗੇ ਕਿੱਥੇ ਕਿੱਥੇ ਤੱਕ ਮਹਾਰਾਜ ਪੈਜ ਰੱਖਦੇ ਆ। ਬਿਧੀ ਚੰਦ ਜਿਹੜਾ ਜਿਹੜਾ ਮਹਾਰਾਜ ਨੂੰ ਯਾਦ ਕਰਦਾ ਮਹਾਰਾਜ ਉਹਦੀ ਪੈਜ ਰੱਖਦੇ ਆ। ਹਾਂਜੀ। ਇਹ ਵਡਿਆਈ ਗੁਰੂ ਜੀ ਗੁਰ ਸਿੱਖਣ ਭਾਵੈ। ਤੇ ਗੱਲ ਸੁਣ ਲਾ, ਇਹ ਗੁਰੂ ਦੀ ਵਡਿਆਈ ਉਹ ਤੇ ਸਿੱਖਾਂ ਨੂੰ ਚੰਗੀ ਲੱਗਦੀ ਓ। ਹਾਂਜੀ। ਸਭ ਕਾਰੀ ਮੈਂ ਖੀਨ ਕੋ ਔਰੇ ਕਰ ਰੰਗਾ। ਵੇਖ ਲੈ ਸਾਰੀਆਂ ਕਾਲੀਆਂ ਮੱਝਾਂ ਦਾ ਰੰਗ ਹੀ ਬਦਲਦਾ ਨਾ ਮਹਾਰਾਜ ਨੇ, ਤੇਰੀ ਪੈਜ ਰੱਖ ਲਈ ਨਾ। ਹਾਂਜੀ। ਸਿਮਰੇ ਕਰੀ ਸਹਾਇਤਾ ਬਹੁ ਤੂਰਨ ਸੰਗਾ। ਤੇ ਤੂੰ ਯਾਦ ਕੀਤਾ ਤੇ ਗੁਰੂ ਅਰਜਨ ਦੇਵ ਜੀ ਤੇਰੀ ਮਦਦ ਕੀਤੀ ਓ ਮਹਾਰਾਜ ਨੇ। ਹਾਂਜੀ। ਤਸਕਰ ਕੀ ਕ੍ਰਿਤ ਤਿਆਗ ਕੈ ਸ਼ਰਣੀ ਪਰ ਜਾਈ। ਤੇ ਹੁਣ ਸੁਣ ਲੈ, ਗੁਰੂ ਅਰਜਨ ਦੇਵ ਜੀ ਖੁਦ ਇਸ ਦੁਨੀਆ ਤੇ ਤੁਰਦੇ ਫਿਰਦੇ ਰੱਬ ਨੇ, ਤੇ ਚੋਰੀ ਕਰਨੀ ਛੱਡ ਦੇ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਪੈ ਜਾ। ਚੋਰੀ ਕਰਨੀ ਛੱਡ ਦੇ। ਹਾਂਜੀ। ਪ੍ਰਾਪਤ ਹੋਏ ਕਲਿਆਣ ਕੋ ਤਵ ਭਾਗ ਭਲਾਈ। ਜ਼ਰੂਰ ਤੇਰਾ ਭਲਾ ਹੋਏਗਾ ਜਿਹੜਾ ਮਹਾਰਾਜ ਦੇ ਚਰਨਾਂ 'ਚ ਆ ਜਾਏ। ਸਾਧ ਸੰਗਤ ਜੀ ਮਹਾਰਾਜ ਉਹਦਾ ਕਲਿਆਣ ਕਰਦੇ ਹਨ। ਕਲਿਆਣ ਕੀ ਹੁੰਦਾ? ਜੀਂਦਿਆਂ ਜੀ ਵੀ ਭਲਾ ਤੇ ਮਰਨ ਤੋਂ ਬਾਅਦ ਵੀ ਭਲਾ ਜੀ। ਕਈ ਕੱਚੇ ਗੁਰੂਆਂ ਨੂੰ ਮੰਨਦੇ ਆ, ਜੀਂਦਿਆਂ ਜੀ ਵੀ ਵਿਚਾਰੇ ਦੁਖੀ ਰਹਿੰਦੇ ਆ ਤੇ ਮਰਨ ਤੋਂ ਬਾਅਦ ਤੇ ਪਤਾ ਹੀ ਨਹੀਂ ਵੀ ਕਿੰਨੇ ਕੁ ਦੁੱਖ ਹੈਗੇ ਆ ਜੀ। ਮਰਨ ਤੋਂ ਬਾਅਦ ਜਿਹੜੇ ਦੁੱਖ ਆਉਂਦੇ ਨਾ ਜੀ ਉਹਨਾਂ ਦੀ ਕੋਈ ਗਿਣਤੀ ਨਹੀਂ ਹੈਗੀ ਜੀ। ਪਰ ਜਿਹੜੇ ਗੁਰੂ ਜੀ ਦੇ ਚਰਨਾਂ 'ਚ ਆਉਂਦੇ ਆ ਤੇ ਬਾਬਾ ਅਦਲੀ ਜੀ ਕਹਿੰਦੇ ਕਲਿਆਣ ਹੁੰਦਾ, ਜੀਂਦਿਆਂ ਜੀ ਵੀ ਭਲਾ ਤੇ ਮਰਨ ਤੋਂ ਬਾਅਦ ਵੀ ਭਲਾ ਹੁੰਦਾ। ਹਾਂਜੀ। ਤਬ ਮੈਂ ਸੁਨ ਉਪਦੇਸ਼ ਕੋ ਸਰ ਮਹਿਕ ਨਿਕਾਰੀ। ਤੇ ਫਿਰ ਮਾਤਾ ਜੀ, ਮਾਤਾਵਾਂ ਸੁਣ ਰਹੀਆਂ ਨੇ ਨਾ, ਮਾਤਾ ਜੀ ਮੈਂ ਬਾਬੇ ਅਦਲੀ ਦੀ ਗੱਲ ਸੁਣੀ ਤੇ ਛੱਪੜ ਵਿੱਚੋਂ ਫਿਰ ਮੱਝਾਂ ਕੱਢੀਆਂ। ਧਰਮਸਾਲ ਸਿੱਖ ਸੰਤ ਕੋ ਦੀਨੀ ਤਬ ਸਾਰੀ। ਤੇ ਮਾਤਾ ਜੀ ਕਹਿੰਦੇ ਵੀ ਫਿਰ ਮੱਝਾਂ ਦਾ ਕੀ ਕੀਤਾ ਸੀ? ਆਖੋ ਵਾਹਿਗੁਰੂ। ਵੀ ਚੋਰੀ ਕਰਨੀ ਤੇ ਛੱਡਤੀ ਤੇ ਮੱਝਾਂ ਸੀਗੀਆਂ ਚੋਰੀ ਦੀਆਂ। ਮੱਝਾਂ ਦਾ ਕੀ ਕੀਤਾ?
ਕਹਿਣ ਲੱਗੇ ਬਾਬਾ ਜੀ, ਕਹਿੰਦੇ ਮਾਤਾ ਜੀ ਉਹ ਮੱਝਾਂ ਫਿਰ ਮੈਂ ਧਰਮਸ਼ਾਲਾ ਵਿੱਚ ਦੇ ਦਿੱਤੀਆਂ ਵੀ ਸੰਗਤਾਂ ਨਾਮ ਜਪਣ ਵਾਲੀਆਂ ਦੁੱਧ ਪੀਣਗੀਆਂ ਇਹਦਾ। ਹਾਂਜੀ। ਬਿਨੈ ਬਖਾਨੀ ਦੀਨ ਹਵੈ ਅਦਲੀ ਸੰਗ ਲੀਨਾ। ਤੇ ਫਿਰ ਮੈਂ ਬਾਬਾ ਅਦਲੀ ਜੀ ਨੂੰ ਕਿਹਾ ਵੀ ਜਿਨ੍ਹਾਂ ਦੀ ਸੰਗਤ ਕਰਕੇ ਤੁਹਾਨੂੰ ਰੰਗ ਲੱਗਾ ਹੈ, ਜਿਨ੍ਹਾਂ ਦੀ ਸੰਗਤ ਕਰਕੇ ਤੁਹਾਡੇ ਅੰਦਰ ਚਾਅ ਪੈਦਾ ਨਾਮ ਜਪਣ ਦਾ ਹੋਇਆ, ਬਾਬਾ ਅਦਲੀ ਜੀ ਕਿਰਪਾ ਕਰੋ ਤੇ ਐਸੇ ਗੁਰੂ ਦੇ ਚਰਨਾਂ ਵਿੱਚ ਮੈਨੂੰ ਵੀ ਲੈ ਜਾਓ। ਆਖੋ ਸ੍ਰੀ। ਬੜੀ ਵੱਡੀ ਗੱਲ ਜੀ। ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਣ ਦਾ ਫੁਰਨਾ ਹੀ ਬਣਦੇ ਨਾ ਜੀ, ਇਹਦਾ ਵੀ ਫਲ ਮਿਲਦਾ ਜੇ। ਮੰਨ ਲਓ ਤੁਸੀਂ ਹਰਿਮੰਦਰ ਸਾਹਿਬ ਜਾਣਾ ਸੀ, ਨਹੀਂ ਜਾਇਆ ਗਿਆ, ਪਰ ਸੋਚਦੇ ਤਾਂ ਰਹੇ ਹੋ ਨਾ ਵੀ ਹਰਿਮੰਦਰ ਸਾਹਿਬ ਜਾਣਾ, ਹਰਿਮੰਦਰ ਸਾਹਿਬ ਜਾਣਾ, ਇਹਦਾ ਵੀ ਫਲ ਹੈ। ਤੇ ਜਾਇਆਂ ਦਾ ਕਿੰਨਾ ਹੋਏਗਾ ਜੀ। ਗੁਰੂ ਜੀ ਦੇ ਚਰਨਾਂ 'ਚ ਆਪਾਂ ਆਏ ਆ, ਇਹਦਾ ਬੜਾ ਵੱਡਾ ਫਲ ਹੈ ਜੀ। ਬਿਨੈ ਬਖਾਨੀ ਦੀਨ ਹੋਇ ਅਦਲੀ ਸੰਗ ਲੀਨਾ। ਤੇ ਜਦੋਂ ਮੈਂ ਨਿਮਰਤਾ ਨਾਲ ਬਾਬਾ ਅਦਲੀ ਜੀ ਨੂੰ ਬੇਨਤੀਆਂ ਕੀਤੀਆਂ ਨਾ, ਬਾਬਾ ਜੀ ਮੈਨੂੰ ਲੈ ਕੇ ਚੱਲੋ, ਤੇ ਫਿਰ ਬਾਬਾ ਅਦਲੀ ਜੀ ਮੈਨੂੰ ਲੈ ਕੇ ਆਏ। ਕਹਿੰਦੇ ਹਾਂਜੀ। ਸੁਦਾ ਸਰੋਵਰ ਕੀ ਦਿਸ਼ਾ ਪ੍ਰਸਥਾਨੋਂ ਕੀਨਾ। ਉਦੋਂ ਮਹਾਰਾਜ ਅੰਮ੍ਰਿਤਸਰ ਦੇ ਵਿੱਚ ਸਰੋਵਰ ਸਾਹਿਬ ਦੀ ਸੇਵਾ ਕਰਾ ਰਹੇ ਸਨ ਜੀ। ਕਹਿੰਦੇ ਮਹਾਰਾਜ ਮੈਨੂੰ ਫਿਰ ਵਾਹਿਗੁਰੂ ਬਾਬਾ ਅਦਲੀ ਜੀ ਮੈਨੂੰ ਅੰਮ੍ਰਿਤਸਰ ਲੈ ਕੇ ਆਏ। ਦੋਹਰਾ ਲੇਕਰ ਅਦਲੀ ਸੰਗ ਮੈਂ ਗੁਰ ਮਹਿਮਾ ਉਰਤਾਰ। ਹਾਂਜੀ। ਅਮਿਤਾਲ ਪਹੁੰਚਤ ਪਏ ਜਾਗੇ ਭਾਗ ਉਦਾਰ। ਬਾਬਾ ਬਿਧੀ ਚੰਦ ਜੀ ਮਾਤਾ ਜੀ ਨੂੰ ਦੱਸ ਰਹੇ, ਮਾਤਾ ਜੀ ਮੇਰੇ ਪਿਛਲੇ ਜਨਮਾਂ ਦੇ ਚੰਗੇ ਭਾਗ ਜਾਗ ਗਏ, ਮੈਂ ਮਹਾਰਾਜ ਦੇ ਚਰਨਾਂ ਵਿੱਚ ਆ ਗਿਆ। ਤੁਸੀਂ ਜਿੰਨੇ ਬੈਠੇ ਹੋ ਨਾ ਇੱਥੇ, ਕੋਈ ਨਾ ਕੋਈ ਤੇ ਸੰਗਤ ਜੀ ਕਰਮ ਹੈਗਾ ਹੀ ਹੈ ਜੀ, ਚੰਗਾ ਕਰਮ ਹੈਗਾ। ਇਹ ਚੰਗੇ ਕਰਮ ਦਾ ਫਲ ਹੈ ਜਿਹੜਾ ਤੁਸੀਂ ਇੱਥੇ ਬੈਠੇ ਹੋ। ਬਾਬਾ ਜੀ ਕਹਿੰਦੇ ਮਾਤਾ ਜੀ ਮੇਰੇ ਭਾਗ ਜਾਗੇ। ਗੁਰੂ ਜੀ ਅੰਮ੍ਰਿਤ ਸਰੋਵਰ ਬਣਾ ਰਹੇ ਸੀ ਉਸ ਸਮੇਂ। ਹਾਂਜੀ। ਨਿਸ਼ਾਨੀ ਛੰਦ ਆਗੇ ਸ਼੍ਰੀ ਅਰਜਨ ਗੁਰੂ ਵਿੱਚ ਸਭਾ ਸੁਹਾਏ। ਜਦੋਂ ਮੈਂ ਮਹਾਰਾਜ ਦੇ ਚਰਨਾਂ ਵਿੱਚ ਆਇਆ ਤੇ ਮਹਾਰਾਜ ਸਭਾ ਦੇ ਵਿੱਚ ਬੈਠੇ ਸੀ, ਸਾਰੀਆਂ ਸੰਗਤਾਂ ਬੈਠੀਆਂ ਤੇ ਮਹਾਰਾਜ ਵਿੱਚ ਘਰ ਬੈਠੇ ਸਨ ਉਸ ਸਮੇਂ। ਜਨ ਬ੍ਰਹਮਾ ਸੁਰ ਬ੍ਰਿੰਦ ਮਹਿ ਉਪਦੇਸ਼ ਅਲਾਏ। ਕਹਿਣ ਲੱਗੇ ਜਿਵੇਂ ਬ੍ਰਹਮਾ ਜੀ ਦੇਵਤਿਆਂ ਨੂੰ ਬੈਠ ਕੇ ਉਪਦੇਸ਼ ਦਿੰਦੇ ਆ ਨਾ, ਏਦਾਂ ਮਹਾਰਾਜ ਬਚਨ ਸੁਣਾ ਰਹੇ ਸੀ। ਮਾਤਾ ਜੀ ਮੈਂ ਪਹਿਲੀ ਵਾਰੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਧਰੀ ਉਪਾਇਨ ਅਗਰ ਕੁਛ ਗਹਿ ਪਦ ਅਰਬਿੰਦਾ। ਕੁਝ ਭੇਟਾ ਮੈਂ ਮਹਾਰਾਜ ਦੇ ਚਰਨਾਂ ਵਿੱਚ ਰੱਖੀ। ਹਾਂਜੀ। ਢਿੱਗ ਬੈਠਿਓ ਕਰ ਜੋਰ ਕੈ ਪਿਖ ਦਰਸ ਬਿਲੰਦਾ। ਤੇ ਮੈਂ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਬੈਠ ਗਿਆ, ਹੱਥ ਜੋੜ ਕੇ ਬੈਠ ਗਿਆ ਤੇ ਦਰਸ਼ਨ ਕਰਨ ਲੱਗ ਪਿਆ। ਹਾਂਜੀ। ਅਦਲੀ ਨੇ ਸਭ ਬਾਰਤਾ ਗੁਰ ਨਿਕਟ ਸੁਣਾਈ। ਤੇ ਬਾਬਾ ਅਦਲੀ ਜੀ ਨੇ ਫਿਰ ਮਹਾਰਾਜ ਨੂੰ ਸਾਰੀ ਗੱਲ ਦੱਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਆਇਓ ਅਬ ਸਿੱਖ ਹੋਨ ਕੋ ਰਾਵਰ ਸ਼ਰਨਾਈ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਇਹ ਤੁਹਾਡਾ ਸਿੱਖ ਬਣਨ ਵਾਸਤੇ ਤੁਹਾਡੇ ਚਰਨਾਂ 'ਚ ਆਇਆ। ਹਾਂਜੀ। ਰਖਿਅਕ ਦੀਰਘ ਜਾਨ ਕਰ ਜੁਗ ਲੋਕ ਮਝਾਰਾ। ਇਹਨੇ ਵੇਖ ਲਿਆ ਤੁਸੀਂ ਜਿਵੇਂ ਇਹਦੀ ਰੱਖਿਆ ਕੀਤੀ ਨਾ, ਇਹ ਹੁਣ ਤੁਹਾਨੂੰ ਹੀ ਦੋਵਾਂ ਲੋਕਾਂ 'ਚ ਆਪਣਾ ਰਾਖਾ ਮੰਨਦਾ। ਹਾਂਜੀ। ਰਹਿਓ ਚਹੈ ਟਿਗ ਆਪ ਕੇ ਲਖ ਮੁਖ ਉਦਾਰਾ। ਤੇ ਮਹਾਰਾਜ ਇਹ ਹੁਣ ਤੁਹਾਡੇ ਚਰਨਾਂ 'ਚ ਹੀ ਰਹਿਣਾ ਚਾਹੁੰਦਾ। ਆਖੋ ਵਾਹਿਗੁਰੂ। ਸੰਗਤ ਜੀ ਚਲੋ ਮੈਂ ਨਹੀਂ ਕਹਿੰਦਾ, ਆਪਾਂ ਗ੍ਰਸਤੀ ਹੈਗੇ ਹਾਂ, ਸਾਰੇ ਪਰਿਵਾਰਾਂ ਦੇ ਵਿੱਚ ਜਾਣਾ ਹੁੰਦਾ, ਕੰਮਕਾਰ ਨੇ, ਗ੍ਰਸਤੀ ਧਰਮ 'ਚ ਰਹਿੰਦੇ ਹਾਂ। ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ, ਆਪਾਂ ਸਿਮਰਨ ਕਰਨਾ। ਪਰ ਇਹ ਸਿੱਖ ਮਹਾਨ ਕਿਉਂ ਨੇ ਜੀ? ਪਤਾ ਕਿਉਂ ਮਹਾਨ ਨੇ? ਬਾਬਾ ਬਿਧੀ ਚੰਦ ਜੀ ਫਿਰ ਉਸ ਦਿਨ ਤੋਂ ਮਹਾਰਾਜ ਦੇ ਚਰਨਾਂ ਵਿੱਚ ਆਏ ਤੇ ਪਰਤ ਕੇ ਘਰ ਦਾ ਖਿਆਲ ਹੀ ਨਹੀਂ ਕੀਤਾ ਜੀ ਵੀ ਘਰ ਜਾਣਾ। ਅਸੀਂ ਹਜ਼ੂਰ ਸਾਹਿਬ ਨਮਸਕਾਰ ਕਰਨ ਗਏ ਤੇ ਉੱਥੋਂ ਦੇ ਪੂਜਨੀਕ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ, ਉਹਨਾਂ ਮਹਾਂਪੁਰਖਾਂ ਨੇ ਮੈਨੂੰ ਕਿਹਾ ਵੀ ਪ੍ਰਸ਼ਾਦਾ ਪਾਣੀ ਇੱਥੇ ਛਕਣਾ ਸਾਡੇ ਕੋਲ ਤੁਸੀਂ। ਅਸੀਂ ਜਿੰਨੇ ਦਿਨ ਰਹੇ ਉਨੇ ਦਿਨ ਉੱਥੇ ਛਕਦੇ ਰਹੇ ਜੀ।
ਤੇ ਉੱਥੇ ਇੱਕ ਬਜ਼ੁਰਗ ਨਾ ਜੀ ਬੜੀ ਭੱਜ ਭੱਜ ਕੇ ਸੇਵਾ ਕਰੇ ਜੀ, ਬਹੁਤ ਭੱਜ ਭੱਜ ਕੇ ਸੇਵਾ ਕਰੇ। ਤੇ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਇੱਥੇ ਵੀ ਆਏ ਸੀ ਆਪਣੇ ਕੋਲ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਬਜ਼ੁਰਗ ਬਹੁਤ ਭੱਜ ਭੱਜ ਕੇ ਸੇਵਾ ਕਰ ਰਿਹਾ ਤੇ ਇਸ ਇਲਾਕੇ ਦਾ ਵਾ? ਕਹਿੰਦੇ ਨਹੀਂ, ਉਹਦਾ ਇਲਾਕਾ ਉਹਨਾਂ ਨੇ ਦੱਸਿਆ ਵੀ ਉਹ ਮਹਾਰਾਸ਼ਟਰ ਸੂਬੇ ਦਾ ਨਹੀਂ ਹੈਗਾ ਸੀਗਾ, ਉਹ ਕਿਸੇ ਹੋਰ ਸੂਬੇ ਤੋਂ ਆਇਆ ਸੀਗਾ ਜੀ। ਮੈਂ ਕਿਹਾ ਜੀ ਇਹ ਇੱਥੇ ਕਿਵੇਂ ਪਹੁੰਚ ਗਿਆ? ਕਹਿੰਦੇ ਜਦੋਂ ਯਾਤਰਾ ਗਈ ਨਾ, ਜਾਗਰਤੀ ਯਾਤਰਾ, ਪਤਾ ਨਹੀਂ ਇਸ ਬਜ਼ੁਰਗ ਦੇ ਮਨ 'ਚ ਕੀ ਆਇਆ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਚੱਲ ਕੇ ਇੱਥੇ ਪਹੁੰਚਿਆ ਕਹਿੰਦੇ। ਤੇ ਵੱਡੇ ਮਹਾਂਪੁਰਖਾਂ ਨੂੰ ਆ ਕੇ ਕਹਿੰਦਾ ਵੀ ਹੁਣ ਜਾਣਾ ਹੀ ਨਹੀਂ ਮੈਂ ਇੱਥੋਂ, ਜੋ ਮਰਜ਼ੀ ਕਹੇ, ਜਿੱਥੇ ਮਰਜ਼ੀ ਸੇਵਾ ਦੇ ਦਿਓ। ਕਹਿੰਦੇ ਇਹ ਹੁਣ ਘਰ ਨਹੀਂ ਜਾਂਦਾ, ਇੱਥੇ ਹੀ ਸੇਵਾ ਕਰਦਾ, ਜੋ ਮਰਜ਼ੀ ਹੋਵੇ। ਇਹਨੂੰ ਕਹੀਦਾ ਘਰ ਹੋ ਆ, ਤੇਰੀ ਟਿਕਟ ਕਰਾ ਦਿੰਦੇ ਆ। ਇਹ ਕਹਿੰਦਾ ਨਹੀਂ, ਮੈਂ ਇੱਥੇ ਹੀ ਸੇਵਾ ਕਰਨੀ ਹੈ। ਹਾਂਜੀ। ਤੇ ਜਦੋਂ ਬਾਬਾ ਰਾਮ ਸਿੰਘ ਜੀ ਆਏ ਸੀਗੇ, ਉਹਨਾਂ ਨਾਲ ਇੱਕ ਫੌਜੀ ਵੀ ਆਇਆ ਸੀ ਇੱਥੇ ਜੀ, ਇੱਥੇ ਸਾਡੇ ਮਗਰ ਬੈਠਾ ਸੀ, ਬੜੀ ਉੱਚੀ ਉਹਨੇ ਜਕਾਰਾ ਲਾਇਆ ਸੀ। ਹੁਣ ਵੀ ਜਦੋਂ ਸ਼ਾਮ ਨੂੰ ਸਿੰਘ ਸਾਹਿਬ ਸੇਵਾ ਤੇ ਜਾਂਦੇ ਨਾ ਜੀ, ਉਹ ਅੱਗੇ ਅੱਗੇ ਲੱਗਾ ਹੁੰਦਾ ਜੀ, ਪੂਰੀ ਵਰਦੀ ਪਾਈ ਹੁੰਦੀ ਜੀ ਉਹਨੇ ਫੌਜ ਦੀ। ਹਾਂਜੀ। ਉਹ ਵੀ ਸਾਨੂੰ ਉੱਥੇ ਮਿਲਿਆ ਤੇ ਮੈਂ ਉਹਨੂੰ ਪੁੱਛਿਆ, ਕਹਿੰਦਾ ਬਸ ਮੈਂ ਰਿਟਾਇਰ ਹੋ ਗਿਆ, ਹੁਣ ਮੈਂ ਪੱਕਾ ਹੀ ਇੱਥੇ ਹੀ ਚੜ੍ਹ ਗਿਆ ਵੀ ਜਾਣਾ ਹੀ ਨਹੀਂ ਕਿਤੇ, ਇੱਥੇ ਹੀ ਰਹਿਣਾ ਹੈ, ਇੱਥੇ ਰਹਿਣਾ। ਮੈਨੂੰ ਤੇ ਕਰਨਲ ਬਣਾਇਆ ਕਹਿੰਦੇ, ਮਹਾਂਪੁਰਖਾਂ ਕਰਨਲ ਬਣਾਇਆ ਇੱਥੇ, ਕਹਿੰਦੇ ਮੈਂ ਨਹੀਂ ਜਾਣਾ। ਜਿਨ੍ਹਾਂ ਦੇ ਭਾਗ ਜਾਗ ਜਾਂਦੇ ਆ ਜੀ, ਜਿਨ੍ਹਾਂ ਦੇ ਭਾਗ ਜਾਗ ਜਾਂਦੇ ਆ, ਇਹ ਨਹੀਂ ਹੈਗੇ ਵੀ ਤੁਸੀਂ ਤੁਹਾਡੇ ਭਾਗ ਨਹੀਂ ਜਾਗੇ, ਠੀਕ ਹੈ ਆਪਣੇ ਘਰਾਂ 'ਚ ਵੀ ਜਾਣਾ, ਪਰ ਕਈਆਂ ਤੇ ਵੱਧ ਕਿਰਪਾ ਹੋ ਜਾਂਦੀ ਸੰਗਤ ਜੀ, ਉਹਨਾਂ ਦਾ ਸੰਸਾਰ ਫਿਰ ਛੁੱਟ ਜਾਂਦਾ। ਉਹਨਾਂ ਵਾਸਤੇ ਸਭ ਕੁਝ ਗੁਰੂ ਹੀ ਹੈ ਜੀ, ਉਹਨਾਂ ਵਾਸਤੇ ਗੁਰੂ ਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹੋ ਜਿਹੇ ਕਈ ਰੱਬ ਦੇ ਪਿਆਰੇ ਹੈਗੇ ਜੀ, ਕਈ ਰੱਬ ਦੇ ਪਿਆਰੇ ਨੇ, ਜੋ ਵੀ ਨੇ ਉਹਨਾਂ ਲਈ ਗੁਰੂ ਰਾਮਦਾਸ ਸਾਹਿਬ ਨੇ, ਉਹ ਨਹੀਂ ਜਾਂਦੇ ਕਿਤੇ ਘਰ ਦੀ। ਬਾਬਾ ਬਿਧੀ ਚੰਦ ਜੀ ਕਹਿੰਦੇ ਮਾਤਾ ਜੀ ਉਦੋਂ ਦਾ ਮੈਂ ਮਹਾਰਾਜ ਦੇ ਚਰਨਾਂ 'ਚ ਆਇਆ, ਮੁੜ ਮੈਂ ਘਰ ਵੱਲ ਧਿਆਨ ਨਹੀਂ ਦਿੱਤਾ। ਹਾਂਜੀ। ਸੁਣ ਬਿਨਤੀ ਇੱਕ ਗੁਰ ਦਇਆ ਨਿਧ, ਬਹੁ ਭਏ ਪ੍ਰਸੰਨ। ਗੁਰੂ ਸਾਹਿਬ ਨੇ ਮੇਰੀ ਬੇਨਤੀ ਸੁਣੀ, ਬਾਬੇ ਅਦਲੀ ਦੀ ਬੇਨਤੀ ਸੁਣੀ ਤੇ ਮਹਾਰਾਜ ਖੁਸ਼ ਹੋ ਗਏ ਜੀ। ਹਾਂਜੀ। ਚਰਨਾਮ੍ਰਿਤ ਮੁਖ ਕਹੁ ਦਿਓ, ਕਰ ਸਿੱਖ ਅਨਨੰ। ਤੇ ਗੁਰੂ ਸਾਹਿਬ ਨੇ ਮੈਨੂੰ ਚਰਨਾ ਅੰਮ੍ਰਿਤ ਦਿੱਤਾ ਜੀ, ਆਪਣੀ ਚਰਨ ਪੌਲ ਦਿੱਤੀ। ਤੇ ਮਾਤਾ ਜੀ ਮੈਨੂੰ ਨਹੀਂ ਪਤਾ ਲੱਗਾ ਉਸ ਚਰਨਾਂ ਦੇ ਜਲ ਵਿੱਚ ਕੀ ਸੀ, ਬਸ ਮੈਂ ਉਹ ਛਕ ਲਿਆ ਤੇ ਗੁਰੂ ਜੀ ਨੇ ਮੈਨੂੰ ਆਪਣਾ ਪੱਕਾ ਸਿੱਖ ਬਣਾ ਲਿਆ। ਅਨਨ, ਅਨਨ ਦਾ ਅਰਥ ਹੁੰਦਾ ਪੱਕਾ। ਕਿੰਨੇ ਪੱਕੇ ਜੀ? ਮਹਾਰਾਜ ਸ਼ਹੀਦ ਹੋਣ ਗਏ ਗੁਰੂ ਅਰਜਨ ਸਾਹਿਬ ਦਿੱਲੀ, ਵਾਹਿਗੁਰੂ ਲਾਹੌਰ, ਤੇ ਬਾਬੇ ਬਿਧੀ ਚੰਦ ਜੀ ਨੂੰ ਨਾਲ ਲੈ ਕੇ ਗਏ ਜੀ। ਹਾਂਜੀ। ਉਪਦੇਸ਼ਿਓ ਸਤਨਾਮ ਕੋ, ਸਿਮਰਨ ਦਿਨ ਰਹਿਣਾ। ਫਿਰ ਕਹਿੰਦੇ ਮਾਤਾ ਜੀ ਮਹਾਰਾਜ ਨੇ ਮੇਰੇ ਕੋ ਨਾਮ ਵੀ ਬੜਾ ਜਪਾਇਆ, ਦਿਨ ਰਾਤ ਹੀ ਨਾਮ ਜਪਾਇਆ, ਸਿਮਰਨ ਕਰਾਇਆ ਮੇਰੇ ਕੋਲੋਂ। ਕਰ ਲੀਨੋ ਮੁਝ ਆਪਨੋ, ਕਰੁਣਾ ਰਸ ਨੈਣਾ। ਤੇ ਇਹ ਗੱਲ ਕਹਿੰਦਿਆਂ ਕਹਿੰਦਿਆਂ ਬਾਬਾ ਬਿਧੀ ਚੰਦ ਜੀ ਦੇ ਨੇਤਰ ਵੀ ਭਰ ਗਏ ਜੀ। ਕਹਿੰਦੇ ਜਿਨ੍ਹਾਂ ਦੇ ਨੇਤਰਾਂ 'ਚ ਹਮੇਸ਼ਾ ਕਰੁਣਾ ਰਹਿੰਦੀ ਹੈ, ਗੁਰੂ ਅਰਜਨ ਸਾਹਿਬ, ਉਹਨਾਂ ਨੇ ਕਿਰਪਾ ਕਰਕੇ ਮੈਨੂੰ ਆਪਣਾ ਬਣਾ ਲਿਆ। ਆਖੋ ਸ੍ਰੀ ਸੰਗਤ ਜੀ, ਜਿਹਨੂੰ ਗੁਰੂ ਆਪਣਾ ਬਣਾ ਲੇ ਪਿੱਛੇ ਕੱਖ ਨਹੀਂ 'ਚ ਰਹਿ ਜਾਂਦਾ, ਫਿਰ ਭਾਵ ਕੋਈ ਲੇਖਾ ਨਹੀਂ ਰਹਿ ਜਾਂਦਾ ਉਹਦਾ ਜੀ। ਜਾਂ ਕੋ ਆਪਣੀ ਕਰੈ ਬਖਸ਼ੀਸ, ਤਾਂ ਕਾ ਲੇਖਾ, ਆਵਾਜ਼ ਕਰ ਯਾਰ, ਤਾਂ ਕਾ ਲੇਖਾ ਨਾ ਗਨੈ ਜਗਦੀਸ਼। ਬਾਬਾ ਜੀ ਕਹਿੰਦੇ ਮਹਾਰਾਜ ਨੇ ਮੈਨੂੰ ਆਪਣਾ ਬਣਾ ਲਿਆ। ਹਾਂਜੀ। ਚੋਰੀ ਤਿਆਗੋ ਅਬੈ ਤੇ ਆਛੇ ਮਗ ਚਾਲੋ। ਮਹਾਰਾਜ ਨੇ ਮੈਨੂੰ ਕਿਹਾ ਵੀ ਤੂੰ ਚੋਰੀ ਨਹੀਂ ਕਰਨੀ, ਅੱਜ ਤੋਂ ਬਾਅਦ ਚੰਗੇ ਕੰਮ ਕਰਨੇ, ਚੰਗੇ ਰਾਹ ਚੱਲਣਾ। ਗੁਰੂ ਗਿਰਾ ਪਠੀਏ ਸੁਨਹੁ, ਪ੍ਰਭ ਹਿਰਦੇ ਸਮਾਲੋ। ਤੇ ਗੁਰੂ ਦੀ ਬਾਣੀ ਨੂੰ ਪੜ੍ਹਨਾ, ਜਿਹੜੀ ਗੁਰੂ ਦੀ ਬਾਣੀ ਉਹਨੂੰ ਧਿਆਨ ਨਾਲ ਪੜ੍ਹਨਾ ਤੇ ਹਿਰਦੇ 'ਚ ਨਾਮ ਜਪਣਾ। ਹਾਂਜੀ। ਸੁਨ ਗੁਰ ਤੇ ਮੈਂ ਤਬ ਕਹਿਓ,
ਮੋਹਿ ਪਰਿਉ ਸੁਭਾਉ। ਤੇ ਕਹਿਣ ਲੱਗੇ ਵੀ ਮੈਂ ਮਹਾਰਾਜ ਨੂੰ ਕਿਹਾ ਸੱਚੇ ਪਾਤਸ਼ਾਹ ਮੈਂ ਚੋਰੀ ਕਿਵੇਂ ਛੱਡਾਂ, ਮੇਰਾ ਤੇ ਸੁਭਾਅ ਹੈਗਾ। ਆਖੋ ਵਾਹਿਗੁਰੂ। ਵਾਹਿਗੁਰੂ ਜਿਨ੍ਹਾਂ ਦਾ ਸੁਭਾਅ ਬਣ ਜਾਂਦਾ ਨਾ ਜੀ ਉਹ ਨਹੀਂ ਛੁੱਟਦਾ ਜੀ, ਸੁਭਾਅ ਨਹੀਂ ਛੁੱਟਦਾ ਜੀ। ਹਾਂਜੀ, ਉਹ ਬਾਹਰ ਕੀ ਚੋਰੀ ਕਰਨੀ, ਆਪਣੇ ਘਰ 'ਚ ਹੀ ਚੋਰੀ ਕਰੀ ਜਾਂਦੇ ਜੀ। ਸੁਭਾਅ ਜੋ ਬਣ ਗਿਆ ਜੀ, ਆਪਣੇ ਘਰ 'ਚ ਆਪੇ ਹੀ ਚੋਰੀ ਕਰੀ ਜਾਂਦੇ ਆਪਣੇ ਸਮਾਨ ਦੀ ਜੀ। ਕਹਿੰਦੇ ਮਹਾਰਾਜ ਮੇਰਾ ਤੇ ਸੁਭਾਅ ਬਣ ਗਿਆ। ਹਾਂਜੀ, ਛੁਟੈ ਨਾ ਚੋਰੀ ਚਹਤ ਚਿਤ, ਇਹ ਸੱਚ ਅਲਾਉ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮੈਂ ਸੱਚ ਕਹਿ ਰਿਹਾ, ਮੇਰੇ ਕੋ ਚੋਰੀ ਨਹੀਂ ਤੇ ਛੁੱਟਣੀ। ਇਹ ਬਾਬਾ ਬਿਧੀ ਚੰਦ ਜੀ ਕਹਿੰਦੇ ਜਦੋਂ ਮੈਂ ਪਹਿਲੀ ਵਾਰੀ ਆਇਆ ਨਾ ਉਦੋਂ ਮੈਂ ਕਿਹਾ ਮਹਾਰਾਜ ਨੂੰ ਵੀ ਮੈਂ ਤੇ ਚੋਰੀ ਨਹੀਂ ਛੱਡ ਸਕਦਾ, ਮੈਂ ਸੱਚ ਕਹਿ ਰਿਹਾ। ਬਸ ਬੰਦਾ ਸੱਚ ਬੋਲੇ ਜੀ। ਹਾਂਜੀ, ਨੀਤ ਸਾਫ਼ ਰੱਖੇ, ਸੱਚ ਬੋਲੇ ਜੀ। ਹਾਂਜੀ, ਸੁਨ ਪ੍ਰਸੰਨ ਬਿਕਸੇ ਬਦਨ, ਪੁਨ ਬਾਕ ਬਖਾਨਾ। ਮਾਤਾ ਜੀ ਜਦੋਂ ਮੈਂ ਮਹਾਰਾਜ ਨੂੰ ਕਿਹਾ ਨਾ ਵੀ ਮੈਂ ਨਹੀਂ ਤੇ ਚੋਰੀ ਛੱਡ ਸਕਦਾ, ਤੇ ਮਹਾਰਾਜ ਮੇਰੀ ਗੱਲ ਸੁਣ ਕੇ ਖੁਸ਼ ਹੋ ਗਏ ਤੇ ਖੁਸ਼ ਹੋ ਕੇ ਮੈਨੂੰ ਕਹਿਣ ਲੱਗੇ ਜੇ ਚੋਰੀ ਤੇ ਹਟਤ ਨਹਿ, ਇਮ ਕਰਹੁ ਸੁਜਾਨਾ। ਕਹਿਣ ਲੱਗੇ ਕੋਈ ਨਹੀਂ, ਚੋਰੀ ਜੇ ਨਹੀਂ ਨਾ ਤੂੰ ਛੱਡ ਸਕਦਾ ਤੇ ਤੇਰੇ ਕੋਲੋਂ ਵਧੀਆ ਕੰਮ ਲੈ ਲਵਾਂਗੇ। ਆਖੋ ਵਾਹਿਗੁਰੂ। ਤੇਰੇ ਕੋਲੋਂ ਕੰਮ ਵਧੀਆ ਲੈ ਲਵਾਂਗੇ। ਤੇ ਆ ਜਿਹੜੇ ਘੋੜੇ ਲਿਆਂਦੇ ਬਾਬਾ ਜੀ ਨੇ ਜੀ, ਹਾਂਜੀ, ਇਹ ਮਹਾਰਾਜ ਨੇ ਹੀ ਸੇਵਾ ਲਈ ਜੀ। ਫਿਰ ਜੀ ਇਹ ਮਹਾਰਾਜ ਨੇ ਸੇਵਾ ਲਈ ਜੀ। ਸੋ ਬਾਬਾ ਬਿਧੀ ਚੰਦ ਜੀ ਆਪਣੀ ਸਾਰੀ ਗੱਲ ਦੱਸਦੇ ਜੀ, ਅੱਗੇ ਵੀ ਦੱਸਣਗੇ, ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਮਿਹਰ ਕਰਨ। ਸਾਰੀ ਸੰਗਤ ਗੱਜ ਕੇ ਕਹੋ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਜਪੋ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਗੱਜ ਕੇ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਮਹਾਰਾਜ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਤੇ